ਸਾਂਝ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸਾਰਿਆਂ ਦਾ ਸਵਾਗਤ ਕਰਦਾ ਜੀ ਇੱਕ ਵਾਰ ਤੋਂ ਫਿਰ ਚੈਨਲ ਉੱਤੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਇਸ ਚੈਨਲ ਉੱਤੇ PS ਟੈਟ, ਸੀ ਟੈਟ, ਮਾਸਟਰ ਕੈਡਰ ਦੇ ਨਾਲ ਸੰਬੰਧਿਤ ਵੀਡੀਓ ਜਿਹੜੀਆਂ ਅਪਲੋਡ ਕੀਤੀਆਂ ਜਾਂਦੀਆਂ ਨੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ। ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗਵਰਨਮੈਂਟ ਦਾ ਜਿਹੜਾ ਹੈ ਲਾਸਟ ਪਾਰਟ ਡਿਸਕਸ ਕਰਾਂਗੇ, ਜਿਹਦੇ ਵਿੱਚ 90 ਜਿਹੜੇ MCQ ਰਹਿਣਗੇ। ਮੋਸਟ ਅਸੀਂ ਜਿਹੜਾ ਹੈ ਪੂਰੇ ਦਾ ਪੂਰਾ ਟੌਪਿਕ ਇਹ ਕੰਪਲੀਟ ਕਰ ਲਵਾਂਗੇ ਅੱਜ। ਇਸ ਤੋਂ ਅੱਗੇ ਜਿਹੜਾ ਨੈਕਸਟ ਟੌਪਿਕ ਆਪਾਂ ਸ਼ੁਰੂ ਕਰਾਂਗੇ ਔਰ 11 ਨੰਬਰ ਪਾਰਟ ਹੈ। ਇਸ ਤੋਂ ਪਹਿਲਾਂ 10 ਪਾਰਟ ਕੰਪਲੀਟ ਹੋ ਚੁੱਕੇ ਨੇ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਆ। ਇਸ ਤੋਂ ਇਲਾਵਾ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਕੁਝ ਜਿਹੜੇ MCQ ਨੇ ਉਹ ਵੀ ਆਪਾਂ ਇਹਨਾਂ ਪਾਰਟਸ ਦੇ ਅਧੀਨ ਕੀਤੇ ਆ, ਯਾਨੀ ਕਿ ਟੋਟਲ ਮਿਲਾ ਕੇ ਜਿਹੜੇ 11 ਪਾਰਟ ਹੋ ਜਾਂਦੇ ਨੇ ਜੋ ਸਪੈਸੀਫਿਕ PS ਟੈਟ ਦੇ ਨਾਲ ਰਿਲੇਟਡ ਨੇ। WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਫਸਟ ਕੁਐਸਚਨ ਹੈ ਜੀ ਅੱਜ ਦਾ 621 ਹੈ। ਇਸ ਤੋਂ ਪਹਿਲਾਂ 620 ਕੰਪਲੀਟ ਹੋ ਚੁੱਕੇ ਨੇ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ। ਫਸਟ ਕੁਐਸਚਨ ਹੈ, ਭਾਰਤੀ ਸੰਵਿਧਾਨ ਦੇ ਵਿੱਚ ਉਪ ਰਾਸ਼ਟਰਪਤੀ ਦੀ ਵਿਵਸਥਾ ਕਿਸ ਆਰਟੀਕਲ ਦੇ ਅਧੀਨ ਕੀਤੀ ਗਈ ਹੈ? ਤਾਂ ਉਪ ਰਾਸ਼ਟਰਪਤੀ ਦੀ ਜਿਹੜੀ ਵਿਵਸਥਾ ਹੈ ਉਹ ਅਨੁਛੇਦ 63 ਦੇ ਵਿੱਚ ਕੀਤੀ ਗਈ ਹੈ। ਠੀਕ ਹੈ। ਅਗਰ ਪੁੱਛ ਲਿਆ ਜਾਵੇ ਕਿ ਰਾਸ਼ਟਰਪਤੀ ਦੀ ਵਿਵਸਥਾ ਕਿੰਨੇ 'ਚ ਹੈ, ਤਾਂ ਰਾਸ਼ਟਰਪਤੀ ਦੀ ਵਿਵਸਥਾ ਜਿਹੜੀ ਹੈ ਉਹ 52 ਦੇ ਵਿੱਚ ਕੀਤੀ ਗਈ ਹੈ ਅਤੇ 52 ਤੋਂ ਲੈ ਕੇ 62 ਤੱਕ ਦੇ ਜਿਹੜੇ ਆਰਟੀਕਲ ਨੇ ਇਹ ਸਾਰੇ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਨੇ ਅਤੇ 63 ਤੋਂ ਸ਼ੁਰੂ ਹੋ ਜਾਂਦੇ ਹੈਗੇ ਨੇਗੇ ਉਪ ਰਾਸ਼ਟਰਪਤੀ ਦੇ। ਨੈਕਸਟ ਹੈ, ਉਪ ਰਾਸ਼ਟਰਪਤੀ ਕਿਸ ਸਦਨ ਦਾ ਮੈਂਬਰ ਹੁੰਦਾ ਹੈ? ਤਾਂ ਉਪ ਰਾਸ਼ਟਰਪਤੀ ਹੀ ਹੁੰਦਾ ਹੈ। ਇਹ ਕਿਸੇ ਵੀ ਸਦਨ ਦਾ ਜਿਹੜਾ ਮੈਂਬਰ ਨਹੀਂ ਹੁੰਦਾ। ਠੀਕ ਹੈ। ਬਟ ਰਾਜ ਸਭਾ ਦਾ ਚੇਅਰਮੈਨ ਜ਼ਰੂਰ ਹੁੰਦਾ ਹੈ, ਇਹ ਜ਼ਰੂਰ ਯਾਦ ਰੱਖਣਾ। ਠੀਕ ਹੈ। ਰਾਜ ਸਭਾ ਦਾ ਚੇਅਰਮੈਨ ਜ਼ਰੂਰ ਹੁੰਦਾ ਹੈ, ਬਟ ਕਿਸੇ ਸਦਨ ਦਾ ਮੈਂਬਰ ਇਹ ਨਹੀਂ ਹੁੰਦਾ ਕਿਉਂਕਿ ਇਹ ਉਪ ਰਾਸ਼ਟਰਪਤੀ ਹੁੰਦਾ ਹੈ। ਨੈਕਸਟ ਹੈ ਜੀ, ਉਪ ਰਾਸ਼ਟਰਪਤੀ ਦੀ ਤਨਖਾਹ ਕਿੰਨੀ ਹੈ ਜੀ? ਤਾਂ ਉਪ ਰਾਸ਼ਟਰਪਤੀ ਜਿਹੜਾ ਹੈ ਇਸ ਨੂੰ ਤਨਖਾਹ ਦਿੱਤੀ ਜਾਂਦੀ ਹੈ 4 ਲੱਖ ਰੁਪਈਆ ਪਰ ਮੰਥ। ਇਸ ਤੋਂ ਇਲਾਵਾ ਕੁਝ ਹੋਰ ਭੱਤੇ ਵੀ ਨੇ ਅਤੇ ਜਿਹੜੀ ਤਨਖਾਹ ਹੈਗੀ ਹੈ ਨਾ ਇਹ ਰਾਜ ਸਭਾ ਦੇ ਚੇਅਰਮੈਨ ਹੋਣ ਦੇ ਨਾਂ ਦੇ ਉੱਪਰ ਹੀ ਮਿਲਦੀ ਹੈ ਇਹਨਾਂ ਨੂੰ, ਨਾ ਕਿ ਉਪ ਰਾਸ਼ਟਰਪਤੀ ਦੀ। ਓਕੇ। ਨੈਕਸਟ ਹੈ ਜੀ, ਉਪ ਰਾਸ਼ਟਰਪਤੀ ਕਿਸ ਸਦਨ ਦਾ ਪਦੇਨ ਪ੍ਰਧਾਨ ਹੁੰਦਾ ਹੈ? ਮਤਲਬ ਕਿ ਐਕਸ ਆਫਿਸ ਚੇਅਰਮੈਨ ਹੁੰਦਾ ਹੈ। ਤਾਂ ਰਾਜ ਸਭਾ ਦਾ ਚੇਅਰਮੈਨ ਹੁੰਦਾ ਜੀ ਇਹ। ਓਕੇ। ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ ਉਪ ਰਾਸ਼ਟਰਪਤੀ। ਨੈਕਸਟ ਹੈ, ਉਪ ਰਾਸ਼ਟਰਪਤੀ ਨੂੰ ਚੋਣ ਲੜਨ ਦੇ ਲਈ ਕਿੰਨੇ ਰੁਪਏ ਜ਼ਮਾਨਤ ਦੇ ਰੂਪ ਦੇ ਵਿੱਚ ਜਮ੍ਹਾਂ ਕਰਾਉਣੇ ਪੈਂਦੇ ਨੇ? ਤਾਂ ਇਸ ਨੂੰ 15,000 ਰੁਪਇਆ ਜਿਹੜਾ ਹੈ ਉਹ ਜ਼ਮਾਨਤ ਦੇ ਰੂਪ ਦੇ ਵਿੱਚ ਜਮ੍ਹਾਂ ਕਰਾਉਣਾ ਪੈਂਦਾ ਹੈ। ਇਸੇ ਤਰੀਕੇ ਦੇ ਨਾਲ ਹੀ ਰਾਸ਼ਟਰਪਤੀ ਨੂੰ ਵੀ ਜਿਹੜਾ ਹੈ ਚੋਣ ਲੜਨ ਦੇ ਲਈ 15,000 ਰੁਪਇਆ ਜ਼ਮਾਨਤ ਦੇ ਰੂਪ ਦੇ ਵਿੱਚ ਜਮ੍ਹਾਂ ਕਰਾਉਣਾ ਪੈਂਦਾ ਹੈਗਾ। ਫਿਰ ਇਸ ਤੋਂ ਬਾਅਦ ਇਹ 4 ਲੱਖ ਰੁਪਇਆ ਅਤੇ 5 ਲੱਖ ਰੁਪਇਆ ਜਿਹੜੇ ਆ ਉਹ ਲੈ ਸਕਦੇ ਹੈਗੇ ਨੇ ਪਰ ਮੰਥ। ਨੈਕਸਟ ਹੈ ਜੀ, ਉਪ ਰਾਸ਼ਟਰਪਤੀ ਦੀ ਚੋਣ ਲਈ ਕਿੰਨੇ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਨਾਂ ਪ੍ਰਸਤਾਵ ਚੋਣਕਾਰਾਂ ਦੁਆਰਾ ਪੇਸ਼ ਕੀਤੇ ਜਾਣੇ ਚਾਹੀਦੇ ਨੇ? ਮੀਨਜ਼ ਕਿ ਕਿੰਨੇ ਵਿਅਕਤੀ ਹੋਣੇ ਚਾਹੀਦੇ ਨੇ ਜਿਹੜੇ ਕਹਿਣ ਕਿ ਇਹ ਵਿਅਕਤੀ ਉਪ ਰਾਸ਼ਟਰਪਤੀ ਦੀ ਚੋਣ ਲੜ ਸਕਦਾ ਹੈ? ਤਾਂ ਉਹਦੇ ਲਈ 20 ਮੈਂਬਰ ਜਿਹੜੇ ਆ ਉਹ ਹੋਣੇ ਜ਼ਰੂਰੀ ਨੇ। ਇਹਨਾਂ ਦੇ ਦੁਆਰਾ ਪ੍ਰਸਤਾਵ ਪਾਸ ਹੋਣਾ ਚਾਹੀਦਾ ਹੈ ਕਿ ਜਿਹੜੇ ਵਿਅਕਤੀ ਨੇ ਚੋਣਾਂ ਦੇ ਲਈ ਫਾਰਮ ਭਰੇ ਨੇ ਉਹ ਐਲੀਜੀਬਲ ਹੈ। ਨੈਕਸਟ ਹੈ, ਉਪ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਵਿਵਾਦ ਦਾ ਹੱਲ ਕੌਣ ਕਰਦਾ ਹੈ? ਗੱਲ ਕੀਤੀ ਗਈ ਹੈ ਉਪ ਰਾਸ਼ਟਰਪਤੀ ਦੀ ਚੋਣਾਂ ਦੇ ਨਾਲ ਸੰਬੰਧਿਤ। ਠੀਕ ਹੈ ਕਿ ਚੋਣਾਂ ਦਾ ਜਿਹੜਾ ਕੋਈ ਝਗੜਾ ਹੋ ਜਾਂਦਾ ਹੈ ਤਾਂ ਉਸ ਨੂੰ ਹੱਲ ਕਰਨ ਦੇ ਲਈ ਜਿਹੜਾ ਹੈ ਆਖਰੀ ਸਥਿਤੀ ਕਿਹੜੀ ਹੋਵੇਗੀ? ਤਾਂ ਆਖਰੀ ਸਥਿਤੀ ਜਿਹੜੀ ਹੈ ਉਹ ਸੁਪਰੀਮ ਕੋਰਟ ਦੀ ਹੋਵੇਗੀ। ਸੁਪਰੀਮ ਕੋਰਟ ਹੈ ਜਿਹੜਾ ਇਸ ਦਾ ਹੱਲ ਕਰੂਗਾ। ਧਿਆਨ ਰੱਖਣਾ, ਉਪ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਦੋਨਾਂ ਦੀਆਂ ਚੋਣਾਂ ਦੇ ਨਾਲ ਸੰਬੰਧਿਤ ਜੇਕਰ ਕੋਈ ਵੀ ਝਗੜਾ ਹੋ ਜਾਂਦਾ ਜਾਂ ਵਿਵਾਦ ਹੋ ਜਾਂਦਾ ਤਾਂ ਉਹਦਾ ਹੱਲ ਸੁਪਰੀਮ ਕੋਰਟ ਹੀ ਕਰੇਗੀ। ਰਾਸ਼ਟਰਪਤੀ ਦੀ ਗੈਰ ਹਾਜ਼ਰੀ ਜਾਂ ਮੌਤ ਦੇ ਕਾਰਨ ਉਪ ਰਾਸ਼ਟਰਪਤੀ ਵੱਧ ਤੋਂ ਵੱਧ ਕਿੰਨੇ ਸਮੇਂ ਤੱਕ ਰਾਸ਼ਟਰਪਤੀ ਦੇ ਅਹੁਦੇ ਤੇ ਵਿਰਾਜਮਾਨ ਰਹਿੰਦਾ ਹੈ? ਤਾਂ ਉਹ ਵੱਧ ਤੋਂ ਵੱਧ 6 ਮਹੀਨਿਆਂ ਦੇ ਉੱਪਰ ਰਹਿੰਦਾ ਹੈ। ਜੇਕਰ ਕਿਸੇ ਕਾਰਨ ਕਰਕੇ ਰਾਸ਼ਟਰਪਤੀ ਦੀ ਮੌਤ ਹੋ ਜਾਂਦੀ ਹੈ, ਉਹ ਗੈਰ ਹਾਜ਼ਰ ਰਹਿੰਦਾ ਹੈ, ਬਿਮਾਰ ਹੋ ਜਾਂਦਾ ਹੈ ਜਾਂ ਕਿਤੇ ਬਾਹਰ ਚਲਾ ਜਾਂਦਾ ਹੈ, ਤਾਂ ਉਸ ਸਥਿਤੀ ਦੇ ਵਿੱਚ ਉਸ ਅਹੁਦੇ ਨੂੰ ਜਿਹੜਾ ਹੈ ਉਪ ਰਾਸ਼ਟਰਪਤੀ ਸੰਭਾਲ ਲੈਂਦਾ ਹੈ। ਬਟ ਇਸ ਦੀ ਜਿਹੜੀ ਡੇਟ ਹੈ ਵੱਧ ਤੋਂ ਵੱਧ ਉਹ 6 ਮਹੀਨਿਆਂ ਦੀ ਹੈ। 6 ਮਹੀਨਿਆਂ ਤੱਕ ਰਹਿ ਸਕਦਾ ਹੈ। 6 ਮਹੀਨਿਆਂ ਬਾਅਦ ਜਿਹੜੀ ਹੈ ਦੁਬਾਰਾ ਚੋਣ ਕਰਵਾਈ ਜਾਊਗੀ। ਨੈਕਸਟ ਹੈ, ਉਪ ਰਾਸ਼ਟਰਪਤੀ ਆਪਣਾ ਅਹੁਦੇ ਦੀ ਸਹੁੰ ਕਿਸ ਦੇ ਸਾਹਮਣੇ ਚੁੱਕਦਾ ਹੈ? ਤਾਂ ਉਪ ਰਾਸ਼ਟਰਪਤੀ ਜਿਹੜਾ ਹੈ ਉਹ ਰਾਜ ਸਭਾ ਦੇ ਸਾਹਮਣੇ ਜਿਹੜੀ ਸਹੁੰ ਚੁੱਕਦਾ ਹੈ। ਬਟ ਧਿਆਨ ਰੱਖਣਾ ਕਿ ਜਿਹੜੀ ਇਹ ਸਹੁੰ ਚੁਕਾਈ ਜਾਂਦੀ ਹੈ ਨਾ, ਇਹ ਚੁਕਾਈ ਸਹੁੰ ਜਾਂਦੀ ਹੈ ਰਾਸ਼ਟਰਪਤੀ ਦੇ ਦੁਆਰਾ, ਸਾਹਮਣੇ ਜਿਹੜਾ ਕਹਿ ਸਕਦੇ ਹੈਗੇ ਅੱਗੇ ਉਹ ਰਾਜ ਸਭਾ ਦੇ ਆ ਜਾਂਦੀ ਹੈ। ਸਹੁੰ ਚੁਕਾਉਂਦਾ ਕੌਣ ਹੈ ਜੀ? ਰਾਸ਼ਟਰਪਤੀ। ਧਿਆਨ ਰੱਖਣਾ ਬਈ।
ਨੈਕਸਟ ਹੈ ਜੀ ਰਾਜ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ? ਤਾਂ ਇਹਦਾ ਚੇਅਰਮੈਨ ਜਿਹੜਾ ਹੁੰਦਾ ਹੈ ਉਹ ਉਪ ਰਾਸ਼ਟਰਪਤੀ ਹੁੰਦਾ ਹੈ। ਤਾਂ ਸੁਭਾਵਿਕ ਜੀ ਗੱਲ ਹੈ ਕਿ ਇਸ ਦੀਆਂ ਬੈਠਕਾਂ ਦੀ ਪ੍ਰਧਾਨਗੀ ਜਿਹੜੀ ਹੈ ਉਹ ਵੀ ਉਪ ਰਾਸ਼ਟਰਪਤੀ ਹੀ ਕਰੇਗਾ। ਰਾਜ ਸਭਾ ਦੀਆਂ ਬੈਠਕਾਂ ਦਾ ਪ੍ਰਬੰਧ ਕਰਨਾ, ਬੈਠਕਾਂ ਦੀ ਮਿਤੀ ਨਿਸ਼ਚਿਤ ਕਰਨਾ, ਕਿਹੜੇ ਬਿੱਲ ਨੂੰ ਕਿਵੇਂ ਪਾਸ ਕਰਨਾ ਹੈ, ਕਿਹੜੇ ਵਿਅਕਤੀ ਨੇ ਬੋਲਣਾ ਹੈ, ਕਿਹੜੇ ਨਹੀਂ ਬੋਲਣਾ, ਕਿੰਨਾ ਸਮਾਂ ਬੋਲਣਾ ਹੈ, ਕਿਹਨੇ ਪ੍ਰਸ਼ਨ ਪੁੱਛਣਾ ਹੈ, ਇਹ ਸਾਰਾ ਕੁਛ ਨਿਰਧਾਰਿਤ ਕਰੂਗਾ ਉਪ ਰਾਸ਼ਟਰਪਤੀ, ਜੋ ਕਿ ਚੇਅਰਮੈਨ ਹੋਵੇਗਾ ਰਾਜ ਸਭਾ ਦਾ। ਨੈਕਸਟ ਹੈ ਜੀ ਕਿਸ ਅਨੁਛੇਦ ਦੇ ਅਨੁਸਾਰ ਜੇਕਰ ਰਾਸ਼ਟਰਪਤੀ ਦੀ ਪਦਵੀ ਖਾਲੀ ਹੋ ਜਾਵੇ ਤਾਂ ਉਪ ਰਾਸ਼ਟਰਪਤੀ ਰਾਸ਼ਟਰਪਤੀ ਦੀ ਪਦਵੀ ਤੇ ਕਾਇਮ ਰਹੇਗਾ। ਤਾਂ ਅਨੁਛੇਦ 65 ਦੇ ਅਨੁਸਾਰ ਹੈ ਜੇਕਰ ਰਾਸ਼ਟਰਪਤੀ ਦੀ ਮੌਤ ਹੋ ਜਾਵੇ ਜਾਂ ਰਾਸ਼ਟਰਪਤੀ ਬਾਹਰ ਚਲਾ ਜਾਵੇ ਤਾਂ ਇਸ ਸਥਿਤੀ ਦੇ ਵਿੱਚ ਰਾਸ਼ਟਰਪਤੀ ਉਸ ਉਪ ਰਾਸ਼ਟਰਪਤੀ ਉਸ ਅਹੁਦੇ ਨੂੰ ਸੰਭਾਲ ਸਕਦਾ ਹੈ। ਇਹ ਅਨੁਛੇਦ 65 ਦੇ ਅਧੀਨ ਵਰਣਨ ਕੀਤਾ ਗਿਆ ਹੈ। ਧਿਆਨ ਰੱਖਣਾ ਕਿ ਜਦੋਂ ਉਪ ਰਾਸ਼ਟਰਪਤੀ ਰਾਸ਼ਟਰਪਤੀ ਦੇ ਅਹੁਦੇ ਤੇ ਆ ਜਾਂਦਾ ਹੈ ਤਾਂ ਉਹਨੂੰ ਤਨਖਾਹ ਜਿਹੜੀ ਹੈ ਉਹ ਸੇਮ ਮਿਲੂਗੀ ਜਿਹੜੀ ਕਿ ਰਾਸ਼ਟਰਪਤੀ ਨੂੰ ਦਿੱਤੀ ਜਾਂਦੀ ਹੁੰਦੀ ਹੈ। ਓਕੇ, ਮੀਨਜ਼ ਕਿ 5 ਲੱਖ ਹੋ ਜਾਊਗੀ ਜੇਕਰ ਅਜਿਹਾ ਹੋਊਗਾ। ਨੈਕਸਟ ਹੈ ਜੀ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਕਿਹੜੇ ਸੀ ਜੀ? ਤਾਂ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਸੀਗੇ ਜੀ ਡਾਕਟਰ ਐਸ ਰਾਧਾ ਕ੍ਰਿਸ਼ਨਾ। ਇਹ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਪਹਿਲੇ ਚੇਅਰਮੈਨ ਸੀਗੇ। ਨੈਕਸਟ ਹੈ ਪਹਿਲੇ ਮੁਸਲਿਮ ਉਪ ਰਾਸ਼ਟਰਪਤੀ ਕਿਹੜੇ ਸੀ ਜੀ? ਸੋ ਪਹਿਲੇ ਮੁਸਲਿਮ ਉਪ ਰਾਸ਼ਟਰਪਤੀ ਸੀ ਡਾਕਟਰ ਜ਼ਾਕਿਰ ਹੁਸੈਨ ਅਤੇ ਪਹਿਲੇ ਲੋਕ ਸਭਾ ਦੇ ਉਪ ਰਾਸ਼ਟਰਪਤੀ ਚੇਅਰਮੈਨ ਇਹ ਵੀ ਡਾਕਟਰ ਜ਼ਾਕਿਰ ਹੁਸੈਨ ਹੀ ਗਿਆ। ਨੈਕਸਟ ਹੈ ਵਰਤਮਾਨ ਸਮੇਂ ਭਾਰਤ ਦੇ ਉਪ ਰਾਸ਼ਟਰਪਤੀ ਹਨ। ਸੋ ਵਰਤਮਾਨ ਸਮੇਂ ਜੀ ਮੱਪਾਵਰਪ ਵੈਂਕਈਆ ਨਾਇਡੂ ਜਿਹੜੇ ਹੈਗੇ ਨੇ ਚੇਅਰਮੈਨ ਨੇਗੇ, ਠੀਕ ਹੈ। ਇਹਨੂੰ ਸ਼ਾਰਟ 'ਚ MV ਨਾਇਡੂ ਵੀ ਕਹਿ ਦਿੰਦੇ ਨੇ ਅਤੇ ਇਹ 13ਵੇਂ ਚੇਅਰਮੈਨ ਨੇ ਤਾਂ ਜਾਂ ਕਹਿ ਸਕਦੇ ਹਾਂ 13ਵੇਂ ਉਪ ਰਾਸ਼ਟਰਪਤੀ ਨੇ, ਵਾਈਸ ਪ੍ਰੈਜ਼ੀਡੈਂਟ ਨੇ ਭਾਰਤ ਦੇ। ਨੈਕਸਟ ਹੈ ਲੋਕ ਸਭਾ ਦੇ ਸਪੀਕਰ ਦੀ ਵਿਵਸਥਾ ਕਿਸ ਆਰਟੀਕਲ ਦੇ ਵਿੱਚ ਕੀਤੀ ਗਈ ਹੈ? ਸੋ ਇਹ ਯਾਦ ਰੱਖਣ ਵਾਲੀ ਚੀਜ਼ ਹੈ, ਠੀਕ ਹੈ, ਕਿ ਲੋਕ ਸਭਾ ਦੇ ਸਪੀਕਰ ਦੀ ਵਿਵਸਥਾ ਕਿਸ ਆਰਟੀਕਲ ਦੇ ਅਧੀਨ ਕੀਤੀ ਗਈ ਹੈ? ਤਾਂ ਆਰਟੀਕਲ 93 ਦੇ ਵਿੱਚ ਲੋਕ ਸਭਾ ਦੇ ਸਪੀਕਰ ਦੀ ਵਿਵਸਥਾ ਕੀਤੀ ਗਈ ਹੈ, ਜੋ ਕਿ ਲੋਕ ਸਭਾ ਦੀਆਂ ਬੈਠਕਾਂ ਦੀ ਜਿਹੜੀ ਪ੍ਰਧਾਨਗੀ ਕਰੇਗਾ ਅਤੇ ਉਸ 'ਤੇ ਜਿਹੜੇ ਹਨ ਮੀਟਿੰਗਸ ਨੇ ਉਹਦੀ ਡੇਟ ਫਿਕਸ ਕਰੇਗਾ। ਕਿਹੜੇ ਵਿਅਕਤੀ ਨੇ ਕਿਹੜਾ ਸਵਾਲ ਪੁੱਛਣਾ ਹੈ ਇਹ ਸਭ ਕੁਝ ਇਸ ਦੇ ਵਿੱਚ ਹੀ ਹੋਵੇਗਾ। ਨੈਕਸਟ ਕੁਐਸਚਨ ਹੈ ਲੋਕ ਸਭਾ ਦੇ ਸਪੀਕਰ ਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ? ਤਾਂ ਲੋਕ ਸਭਾ ਦੇ ਜਿਹੜਾ ਸਪੀਕਰ ਹੈ ਉਹਦੀ ਨਿਯੁਕਤੀ ਲੋਕ ਸਭਾ ਦੇ ਮੈਂਬਰਾਂ ਦੇ ਵਿੱਚੋਂ ਹੀ ਕੀਤੀ ਜਾਂਦੀ ਹੈਗੀ, ਠੀਕ ਹੈ। ਸੋ ਜਿਹੜਾ ਵਿਅਕਤੀ ਲੋਕ ਸਭਾ ਦਾ ਮੈਂਬਰ ਹੈ ਉਹ ਆਪਣੇ ਵਿੱਚੋਂ ਹੀ ਕਿਸੇ ਇੱਕ ਵਿਅਕਤੀ ਨੂੰ ਲੋਕ ਸਭਾ ਦਾ ਸਪੀਕਰ ਨਿਰਧਾਰਿਤ ਕਰ ਲਵੇਗਾ। ਲੋਕ ਸਭਾ ਦੇ ਸਪੀਕਰ ਬਣਨ ਦੇ ਲਈ ਕਿੰਨੀ ਉਮਰ ਨਿਸ਼ਚਿਤ ਕੀਤੀ ਗਈ ਹੈ? ਜਿਸ ਤਰੀਕੇ ਦੇ ਨਾਲ ਲੋਕ ਸਭਾ ਦੇ ਮੈਂਬਰ ਦੀ ਉਮਰ ਰੱਖੀ ਗਈ ਹੈ ਤਾਂ ਸੇਮ ਹੀ ਉਮਰ ਜਿਹੜੀ ਹੈ ਉਸ ਸਪੀਕਰ ਦੇ ਲਈ ਹੈ। ਮੀਨਜ਼ ਕਿ 25 ਸਾਲ ਦੀ ਉਮਰ ਦਾ ਜਿਹੜਾ ਵਿਅਕਤੀ ਹੈ, ਘੱਟ ਤੋਂ ਘੱਟ ਜਿਹਦੀ ਉਮਰ 25 ਸਾਲ ਹੈ, ਉਹ ਲੋਕ ਸਭਾ ਦਾ ਮੈਂਬਰ ਬਣ ਸਕਦਾ ਹੈ ਅਤੇ ਲੋਕ ਸਭਾ ਦੇ ਮੈਂਬਰਾਂ ਦੇ ਵਿੱਚੋਂ ਹੀ ਲੋਕ ਸਭਾ ਦਾ ਜਿਹੜਾ ਚੇਅਰਮੈਨ ਹੈ ਉਹਦੀ ਨਿਯੁਕਤੀ ਕੀਤੀ ਜਾਂਦੀ ਹੈ। ਲੋਕ ਸਭਾ ਦੇ ਸਪੀਕਰ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਲੋਕ ਸਭਾ ਵੀ 5 ਸਾਲਾਂ ਲਈ ਚੁਣੀ ਜਾਂਦੀ ਹੈ ਅਤੇ ਰਾਜ ਦਾ ਸਪੀਕਰ ਵੀ ਜਿਹੜਾ ਫਿਰ ਉਹ 5 ਸਾਲਾਂ ਲਈ ਹੋਊਗਾ। ਸੋ ਜੇਕਰ ਲੋਕ ਸਭਾ ਭੰਗ ਹੋ ਜਾਂਦੀ ਹੈ ਤਾਂ ਇਹਦੇ ਨਾਲ ਹੀ ਸਪੀਕਰ ਵੀ ਜਿਹੜਾ ਹੈ ਉਹ ਹਟਾ ਦਿੱਤਾ ਜਾਊਗਾ, ਉਸ ਤੋਂ ਬਾਅਦ ਨਵਾਂ ਸਪੀਕਰ ਆਊਗਾ। ਨੈਕਸਟ ਹੈ ਲੋਕ ਸਭਾ ਦੇ ਸਪੀਕਰ ਨੂੰ ਅਹੁਦੇ ਤੋਂ ਹਟਾਉਣ ਦੇ ਲਈ ਕਿੰਨੇ ਦਿਨ ਪਹਿਲਾਂ ਨੋਟਿਸ ਜਿਹੜਾ ਹੈ ਜਾਂ ਅਗੇਤਰੀ ਸੂਚਨਾ ਜਿਹੜੀ ਆ ਉਹ ਦੇਣੀ ਪਊਗੀ? ਤਾਂ ਇਸ ਦੇ ਲਈ 14 ਦਿਨ ਪਹਿਲਾਂ ਜਿਹੜਾ ਉਸਨੂੰ ਸੂਚਨਾ ਦੇਣੀ ਪਊਗੀ ਕਿ ਭਾਈ ਤੇਰੇ ਵਿਰੁੱਧ ਇਹ ਮੁਕੱਦਮਾ ਦਰਜ ਹੋਇਆ ਹੈ, ਤੈਨੂੰ ਪਸੰਦ ਨਹੀਂ ਕਰਦੇ ਹੈਗੇ, ਤਾਂ ਫਿਰ ਉਸਨੂੰ ਜਿਹੜਾ ਹੈ ਅਹੁਦੇ ਤੋਂ ਹਟਾ ਦਿੱਤਾ ਜਾਊਗਾ। ਬਟ 14 ਦਿਨ ਪਹਿਲਾਂ ਜਿਹੜਾ ਹੈ ਨੋਟੀਫਿਕੇਸ਼ਨ ਦੇਣਾ ਉਹਨੂੰ ਜ਼ਰੂਰੀ ਹੈਗਾ ਗਾ। ਫਿਰ ਲੋਕ ਸਭਾ ਦੇ ਸਾਰੇ ਮੈਂਬਰ ਜਿਹੜਾ ਬਹੁਮਤ ਕਰਨਗੇ, ਜੇਕਰ ਬਹੁਮਤ ਮਿਲ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਹਨੂੰ ਹਟਾ ਦਿੱਤਾ ਜਾਊਗਾ। ਨੈਕਸਟ ਹੈ ਲੋਕ ਸਭਾ ਦੇ ਸਪੀਕਰ ਨੂੰ ਕਿੰਨੀ ਤਨਖਾਹ ਦਿੱਤੀ ਜਾਂਦੀ ਹੈ? ਤਾਂ ਲੋਕ ਸਭਾ ਦੇ ਸਪੀਕਰ ਨੂੰ 2,50,000 ਰੁਪਇਆ ਜਿਹੜੀ ਤਨਖਾਹ ਹੈ ਉਹ ਦਿੱਤੀ ਜਾਂਦੀ ਹੈ। ਨੈਕਸਟ ਕੁਐਸਚਨ ਹੈ ਜੀ 41 ਨੰਬਰ ਲੋਕ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ? ਤਾਂ ਸਭ ਤੋਂ ਸਿੰਪਲ ਤੇ ਸਭ ਤੋਂ ਇੰਪੋਰਟੈਂਟ ਕੁਐਸਚਨ, ਇਹਦੀਆਂ ਬੈਠਕਾਂ ਦੀ ਪ੍ਰਧਾਨਗੀ ਕੀਤੀ ਜਾਂਦੀ ਹੈ ਲੋਕ ਸਭਾ ਦੇ ਸਪੀਕਰ ਦੇ ਦੁਆਰਾ, ਇਹੀ ਸਭ ਕੁਝ ਮੈਨੇਜ ਕਰਦਾ ਹੈ। ਨੈਕਸਟ ਹੈ ਲੋਕ ਸਭਾ ਦਾ ਸਾਂਝਾ ਸਮਾਗਮ 26 ਮਾਰਚ 2012 ਨੂੰ ਕਿਹੜੇ ਡਿਪਟੀ ਸਪੀਕਰ ਦੀ ਪ੍ਰਧਾਨਗੀ ਦੇ ਅਧੀਨ ਕੀਤਾ ਗਿਆ ਸੀ? ਤਾਂ ਸਾਂਝਾ ਸਮਾਗਮ ਜਿਹੜਾ ਹੈ ਉਹ ਸ਼੍ਰੀ PM ਸਾਈ ਦੇ ਦੁਆਰਾ ਕੀਤਾ ਗਿਆ ਸੀ 26 ਮਾਰਚ 2012 ਨੂੰ ਅਤੇ ਇਹ 60ਵੀਂ ਵਰ੍ਹੇਗੰਢ ਸੀਗੀ ਲੋਕ ਸਭਾ ਦੀ। ਸੋ ਇਸ ਕਰਕੇ ਜਿਹੜਾ ਹੈ ਇਸ ਨੂੰ ਜਿਹੜਾ ਸੈਲੀਬ੍ਰੇਟ ਕੀਤਾ ਗਿਆ ਸੀ, ਸਾਂਝਾ ਸਮਾਗਮ ਸੀਗਾ ਇਹ ਲੋਕ ਸਭਾ ਦਾ। ਨੈਕਸਟ ਹੈ ਧਨ ਬਿੱਲ ਜਾਂ ਵਿੱਤ ਬਿੱਲ ਸੰਬੰਧੀ ਨਿਰਣਾ ਕੌਣ ਕਰਦਾ ਹੈ? ਕੌਣ ਦੱਸੇਗਾ ਕਿ ਕੋਈ ਬਿੱਲ ਧਨ ਬਿੱਲ ਹੈ ਜਾਂ ਵਿੱਤ ਬਿੱਲ ਹੈ ਜਾਂ ਫਿਰ ਸੁਧਾਰਨ ਬਿੱਲ ਹੈ? ਇਹ ਨਿਰਣਾ ਕਰਨ ਦੀ ਸ਼ਕਤੀ ਹੈ ਜੀ ਸਪੀਕਰ ਦੇ ਕੋਲੇ, ਲੋਕ ਸਭਾ ਦੇ ਕੋਲੇ, ਲੋਕ ਸਭਾ ਦੇ ਸਪੀਕਰ ਦੇ ਕੋਲ। ਨੈਕਸਟ ਹੈ ਕੋਈ ਵੀ ਬਿੱਲ ਲੋਕ ਸਭਾ ਦੇ ਵਿੱਚ ਕਿਸ ਦੀ ਆਗਿਆ ਤੋਂ ਬਿਨਾਂ ਪੇਸ਼ ਨਹੀਂ ਕੀਤਾ ਜਾ ਸਕਦਾ? ਤਾਂ ਇਹਦੇ ਲਈ ਵੀ ਸਪੀਕਰ ਹੀ ਜ਼ਿੰਮੇਵਾਰ ਹੈ, ਸਪੀਕਰ ਹੀ ਨਿਰਧਾਰਿਤ ਕਰੇਗਾ ਕਿ ਉਸਨੂੰ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਜਾਂ ਨਹੀਂ ਕੀਤਾ ਜਾ ਸਕਦਾ, ਕੌਣ ਉਸ ਦੇ ਉੱਪਰ ਬੋਲੇਗਾ, ਕਿ ਉਸ ਦੇ ਨੈਗੇਟਿਵ ਪੁਆਇੰਟ, ਉਹ ਸਭ ਕੁਝ ਉਸ ਦੀ ਜਿਹੜੀ ਜਾਣਕਾਰੀ ਹੈ ਉਹ ਰੱਖਦਾ ਹੈ। ਨੈਕਸਟ ਹੈ ਸਦਨ ਦੀਆਂ ਦੋਹਾਂ ਧਿਰਾਂ ਦੀਆਂ ਵੋਟਾਂ ਇੱਕੋ ਜਿਹੀਆਂ ਹੋਣ ਤਾਂ ਕਿਸ ਨੂੰ ਨਿਰਣਾਇਕ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ? ਸੋ ਜੇਕਰ ਸਦਨ ਦੇ ਵਿੱਚ ਕੋਈ ਬਿੱਲ ਨੂੰ ਲੈ ਕੇ ਮਤਭੇਦ ਹੋ ਗਏ ਹੈਗੇ ਨੇ, ਮੀਨਸ
ਕੋਈ ਬਿੱਲ ਪਾਸ ਹੋਣਾ ਹੈ ਤਾਂ ਦੋਨਾਂ ਨੇ ਇੱਕੋ ਜਿਹੀਆਂ ਜਿਹੜੀਆਂ ਵੋਟਾਂ ਦੇ ਦਿੱਤੀਆਂ ਨੇ। ਤਾਂ ਇਸ ਸਥਿਤੀ ਦੇ ਵਿੱਚ ਜਿਹੜਾ ਫਿਰ ਕੌਣ ਵਿਅਕਤੀ ਹੈ ਜਿਹੜਾ ਇੱਕ ਵੋਟ ਦੇਊਗਾ ਤੇ ਉਹਦੇ ਨਾਲ ਇੱਕ ਦੇ ਪੱਖ ਦੇ ਵਿੱਚ ਜਿਹੜੀ ਹੈ ਬਹੁਮਤ ਹੋ ਜਾਊਗਾ। ਤਾਂ ਇਹ ਵੋਟ ਦੇਊਗਾ ਸਪੀਕਰ ਲੋਕ ਸਭਾ ਦਾ, ਜਿਹਦੇ ਨਾਲ ਕੀ ਹੈ ਜਿਨ੍ਹਾਂ ਦੇ ਵਿੱਚੋਂ ਦੋਨਾਂ ਨੂੰ ਇੱਕੋ ਜਿਹੀਆਂ ਵੋਟਾਂ ਮਿਲੀਆਂ ਹੋਣੀਆਂ ਉਹਦੇ ਵਿੱਚ ਇੱਕ ਦੇ ਵਿੱਚ ਵਾਧਾ ਹੋ ਜਾਊਗਾ ਅਤੇ ਇੱਕ ਨੂੰ ਬਹੁਮਤ ਮਿਲ ਜਾਊਗਾ। ਨੈਕਸਟ ਹੈ 46 ਨੰਬਰ, ਕਿਹੜੇ ਸਪੀਕਰ ਨੇ ਵਿਦੇਸ਼ਾਂ ਦੇ ਪ੍ਰਤੀਨਿਧ ਮੰਡਲਾਂ ਦੀ ਵੀ ਅਗਵਾਈ ਕੀਤੀ ਹੈ। ਸੋ ਇਹ ਭਾਰਤ ਦੇ ਲੋਕ ਸਭਾ ਦੀ ਤਾਂ ਪ੍ਰਧਾਨਗੀ ਕਰਦਾ ਹੀ ਰਿਹਾ, ਇਸ ਤੋਂ ਇਲਾਵਾ ਇਹਨੇ ਬਾਹਰਲੇ ਜਿਹੜੇ ਵਿਦੇਸ਼ਾਂ ਦੇ ਵਿੱਚ ਪ੍ਰਤੀਨਿਧ ਮੰਡਲ ਸੀ ਉਹਨਾਂ ਦੀ ਪ੍ਰਧਾਨਗੀ ਵੀ ਕੀਤੀ ਹੈ। ਸੋ ਇਹ ਸੀਗੀ ਸ਼੍ਰੀਮਤੀ ਮੀਰਾ ਕੁਮਾਰ, ਜੋ ਕਿ ਭਾਰਤ ਦੀ ਪਹਿਲੀ ਇਸਤਰੀ ਹੈ ਜੋ ਲੋਕ ਸਭਾ ਦੀ ਸਪੀਕਰ ਬਣੀ ਹੈ ਅਤੇ ਭਾਰਤ ਦੀ ਪਹਿਲੀ ਇਸਤਰੀ ਹੈ ਜੋ ਕਿ ਐਸਸੀ ਕਾਸਟ ਦੇ ਵਿੱਚੋਂ ਬਣੀ ਹੋਈ ਸਪੀਕਰ ਸੀਗੀ, ਇਹ ਵੀ ਯਾਦ ਰੱਖ ਲੈਣਾ। ਓਕੇ, ਨੈਕਸਟ ਹੈ ਲੋਕ ਸਭਾ ਦੇ ਪਹਿਲੇ ਸਪੀਕਰ ਸੀਗੇ ਜੀ ਵੀ ਮੰਬਾਲਕਰ, ਜਿਨ੍ਹਾਂ ਦਾ ਪੂਰਾ ਨਾਮ ਗਣੇਸ਼ ਵਾਸੂਦੇਵ ਮੰਬਾਲਕਰ ਬਣਦਾ ਹੈ। ਇਹ ਪਹਿਲੇ ਸਪੀਕਰ ਸੀਗੇ ਲੋਕ ਸਭਾ ਦੇ। ਨੈਕਸਟ ਹੈ ਵਰਤਮਾਨ ਸਮੇਂ ਲੋਕ ਸਭਾ ਦੇ ਸਪੀਕਰ ਹੈਗੇ ਨੇ ਜੀ ਓਮ ਬਿਰਲਾ, ਇਹ 17ਵੇਂ ਨੇਗੇ ਵਰਤਮਾਨ ਸਮੇਂ। ਨੈਕਸਟ ਹੈ ਪਹਿਲੀ ਔਰਤ ਲੋਕ ਸਭਾ ਦੀ ਸਪੀਕਰ ਬਣੀ ਜੀ ਸ਼੍ਰੀਮਤੀ ਮੀਰਾ ਕੁਮਾਰ, ਇਹ ਪਹਿਲਾਂ ਹੀ ਦੱਸ ਚੁੱਕਿਆ ਹਾਂ। ਅਤੇ ਦੂਸਰੀ ਪੁੱਛ ਲੈਂਦੇ ਆ ਤਾਂ ਸੁਸ਼ਮਤਾ ਸਵਰਾਜ ਜਿਹੜੀ ਆ ਉਹ ਦੂਸਰੀ ਇਸਤਰੀ ਹੈ। ਭਾਰਤੀ ਜਨਤਾ ਪਾਰਟੀ ਦੇ ਪਹਿਲੇ ਲੋਕ ਸਭਾ ਦੇ ਸਪੀਕਰ ਜੋ ਭਾਰਤੀ ਜਨਤਾ ਪਾਰਟੀ ਦੇ ਬਣੇ, ਸੋ ਇਹਨਾਂ ਦਾ ਨਾਮ ਸੀ ਜੀ ਨੀਲਮ ਸੰਜੀਵਾ ਰੈਡੀ, ਇਹ ਭਾਰਤੀ ਜਨਤਾ ਪਾਰਟੀ ਦੇ ਸੀਗੇ ਤੇ ਪਹਿਲੇ ਲੋਕ ਸਭਾ ਦੇ ਸਪੀਕਰ ਸੀ ਜੋ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਚੁਣੇ ਗਏ ਸੀ। ਨੈਕਸਟ ਹੈ ਜੀ ਲੋਕ ਸਭਾ ਦੇ ਡਿਪਟੀ ਸਪੀਕਰ ਦੀ ਪਦਵੀ ਦੀ ਵਿਵਸਥਾ ਕਿਹੜੇ ਅਨੁਛੇਦ ਦੇ ਵਿੱਚ ਕੀਤੀ ਗਈ ਹੈ ਜੀ, ਤਾਂ ਅਨੁਛੇਦ 93 ਦੇ ਵਿੱਚ ਹੀ ਦੱਸਿਆ ਗਿਆ ਹੈ ਕਿ ਲੋਕ ਸਭਾ ਦੇ ਸਪੀਕਰ ਦੇ ਨਾਲ ਹੀ ਇੱਕ ਡਿਪਟੀ ਸਪੀਕਰ ਵੀ ਹੋਵੇਗਾ, ਕਿਉਂਕਿ ਜੇਕਰ ਲੋਕ ਸਭਾ ਦਾ ਸਪੀਕਰ ਗੈਰ ਹਾਜ਼ਰ ਹੁੰਦਾ ਹੈ ਤਾਂ ਡਿਪਟੀ ਸਪੀਕਰ ਉਸ 'ਤੇ ਆਉਂਦੇ ਨੂੰ ਸੰਭਾਲ ਲਵੇਗਾ। ਨੈਕਸਟ ਹੈ ਡਿਪਟੀ ਸਪੀਕਰ ਦੀ ਤਨਖਾਹ ਕਿੰਨੀ ਹੁੰਦੀ ਹੈ, ਸੇਮ ਹੀ ਹੁੰਦੀ ਹੈ, 2,50,000 ਹੀ ਇਸ ਦੀ ਤਨਖਾਹ ਹੁੰਦੀ ਹੈ। ਲੋਕ ਸਭਾ ਦੇ ਸਪੀਕਰ ਦੀ ਗੈਰ ਹਾਜ਼ਰੀ ਦੇ ਵਿੱਚ ਲੋਕ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ ਜੀ, ਤਾਂ ਡਿਪਟੀ ਸਪੀਕਰ ਹੁੰਦਾ ਹੈ। ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇਗੀਆਂ, ਠੀਕ ਆ, ਈਜ਼ੀ ਵੀ ਨੇ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਵੀ ਨੇਗੀਆਂ, ਡਿਪਟੀ ਸਪੀਕਰ ਕਰਦਾ ਹੈ। ਨੈਕਸਟ ਹੈ ਡਿਪਟੀ ਸਪੀਕਰ ਦੀ ਗੈਰ ਹਾਜ਼ਰੀ ਦੇ ਵਿੱਚ ਲੋਕ ਸਭਾ ਦੀ ਬੈਠਕਾਂ ਦੀ ਪ੍ਰਧਾਨਗੀ ਕੌਣ ਕਰੂਗਾ, ਤਾਂ ਉਸ ਦੀ ਹਾਲਤ ਦੇ ਵਿੱਚ ਸਭਾਪਤੀ ਮੈਂਬਰਾਂ ਦੇ ਵਿੱਚੋਂ ਕਿਸੇ ਇੱਕ ਵਿਅਕਤੀ ਨੂੰ ਜਿਹੜਾ ਨਿਰਧਾਰਿਤ ਕਰ ਲਿਆ ਜਾਊਗਾ ਅਤੇ ਉਹ ਉਹਨਾਂ ਬੈਠਕਾਂ ਦੀ ਪ੍ਰਧਾਨਗੀ ਕਰੂਗਾ। ਠੀਕ ਆ, ਵੈਸੇ ਕਦੇ ਹੁੰਦਾ ਨਹੀਂ ਹੈਗਾ, ਪਰ ਫਿਰ ਵੀ ਜੇਕਰ ਕਈ ਵਾਰ ਇਹੋ ਜਿਹੀ ਸਥਿਤੀ ਹੋ ਜਾਵੇ ਤਾਂ ਫਿਰ ਸਭਾਪਤੀ ਮੈਂਬਰਾਂ ਦੇ ਵਿੱਚੋਂ ਚੁਣ ਲਿਆ ਜਾਂਦਾ ਹੈ। ਜੇ ਲੋਕ ਸਭਾ ਦਾ ਸਪੀਕਰ ਹੈਗਾ ਤਾਂ ਉਹ ਕਰੂਗਾ, ਜੇਕਰ ਉਹ ਨਹੀਂ ਹੈਗਾ ਤਾਂ ਫਿਰ ਡਿਪਟੀ ਸਪੀਕਰ ਹੋਊਗਾ। ਜੇ ਡਿਪਟੀ ਸਪੀਕਰ ਵੀ ਨਹੀਂ ਹੈਗਾ ਤਾਂ ਫਿਰ ਲੋਕ ਸਭਾ ਆਪਣੇ ਹੀ ਸਭਾਪਤੀਆਂ ਦੇ ਵਿੱਚੋਂ ਕਿਸੇ ਇੱਕ ਮੈਂਬਰ ਨੂੰ ਨਿਰਧਾਰਿਤ ਕਰ ਲੈਂਦੀ ਹੈ। ਭਾਰਤ ਵਿੱਚ ਕਿੰਨੇ ਤਰ੍ਹਾਂ ਦੇ ਬਿੱਲ ਹੁੰਦੇ ਨੇ ਜੀ, ਸੋ 2 ਤਰ੍ਹਾਂ ਦੇ ਬਿੱਲ ਨੇ, ਇੱਕ ਸਰਕਾਰੀ ਬਿੱਲ ਤੇ ਇੱਕ ਪ੍ਰਾਈਵੇਟ ਬਿੱਲ। ਇਸ ਤੋਂ ਇਲਾਵਾ ਧਨ ਬਿੱਲ ਤੇ ਸਧਾਰਨ ਬਿੱਲ ਵੀ ਜਿਹੜੀਆਂ ਇਸੇ ਦੀਆਂ ਹੀ ਕਿਸਮਾਂ ਨੇਗੀਆਂ, ਤੇ ਭਾਰਤ ਦੇ ਵਿੱਚ ਪ੍ਰਾਈਵੇਟ ਬਿੱਲ ਜਿਹੜੇ ਉਹ ਪੇਸ਼ ਨਹੀਂ ਕੀਤੇ ਜਾ ਸਕਦੇ, ਇਹ ਵੀ ਯਾਦ ਰੱਖਣਾ। ਨੈਕਸਟ ਹੈ ਜੀ ਕਾਨੂੰਨ ਪਾਸ ਹੋਣ ਤੋਂ ਬਾਅਦ ਉਸ ਨੂੰ ਕਿਸ ਕਿਤਾਬ ਦੇ ਵਿੱਚ ਸੰਭਾਲ ਕੇ ਰੱਖਿਆ ਜਾਂਦਾ ਹੈ। ਜਦੋਂ ਵੀ ਕੋਈ ਬਿੱਲ ਪਾਸ ਹੋ ਜਾਂਦਾ ਹੈ ਤਾਂ ਫਿਰ ਉਸ ਨੂੰ ਕਿਹੜੀ ਬੁੱਕ ਦੇ ਵਿੱਚ ਸੰਭਾਲ ਕੇ ਰੱਖਿਆ ਜਾਂਦਾ ਹੈ, ਇਸ ਬੁੱਕ ਦਾ ਨਾਮ ਹੈ ਸਟੈਚੂ ਬੁੱਕ। ਇਸ ਦੇ ਵਿੱਚ ਸਾਰੇ ਕਾਨੂੰਨ ਜਿਹੜੇ ਹੈ ਉਹ ਸੰਭਾਲ ਕੇ ਰੱਖ ਲਏ ਜਾਂਦੇ ਨੇ। ਲੋਕ ਸਭਾ ਦੇ ਪਹਿਲੇ ਡਿਪਟੀ ਸਪੀਕਰ ਕੌਣ ਸੀਗੇ ਜੀ, ਤਾਂ ਲੋਕ ਸਭਾ ਦੇ ਪਹਿਲੇ ਡਿਪਟੀ ਸਪੀਕਰ ਸੀਗੇ ਐਮ.ਏ. ਆਇਨਗਰਸ। ਠੀਕ ਆ, ਸੋ ਇਹ ਪਹਿਲੇ ਸਪੀਕਰ ਸੀਗੇ ਡਿਪਟੀ ਸਪੀਕਰ ਸੀਗੇ ਜਿਹੜੇ ਉਹ ਜੀ.ਵੀ. ਮੰਬਾਲਕਰ ਸੀ। ਅਗਰ ਪੁੱਛਿਆ ਹੈ ਡਿਪਟੀ ਤਾਂ ਐਮ.ਏ. ਆਇਨਗਰ ਸੀਗੇ। ਭਾਰਤ ਦਾ ਕਿਹੜਾ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਲੋਕ ਸਭਾ ਦਾ ਸਪੀਕਰ ਰਿਹਾ ਹੈ, ਸੋ ਇਹ ਸੀਗੇ ਜੀ ਨੀਲਮ ਸੰਜੀਵਾ ਰੈਡੀ। ਇਹ ਭਾਰਤ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਲੋਕ ਸਭਾ ਦਾ ਸਪੀਕਰ ਵੀ ਰਿਹਾ ਹੈਗਾ। ਨੈਕਸਟ ਹੈ ਜੀ ਲੋਕ ਸਭਾ ਦਾ ਸਪੀਕਰ ਕਿਹੜੇ ਅਹੁਦੇ ਦੇ ਤੌਰ ਤੇ ਆਪਣੇ ਪਦ ਦੀ ਸਹੁੰ ਚੁੱਕਦਾ ਹੈ ਜੀ, ਅਹੁਦੇ ਦੀ ਸਹੁੰ ਚੁੱਕਦਾ ਹੈ ਤਾਂ ਉਹ ਲੋਕ ਸਭਾ ਦੇ ਮੈਂਬਰ ਦੇ ਵਜੋਂ ਹੀ ਸਹੁੰ ਚੁੱਕਦਾ ਹੈ। ਲੋਕ ਸਭਾ ਦੇ ਸਪੀਕਰ ਦੇ ਅਹੁਦੇ ਦੀ ਸਹੁੰ ਨਹੀਂ ਚੁੱਕਦਾ, ਸਿਰਫ ਆਪਣੇ ਅਹੁਦੇ ਦੀ ਚੁੱਕਦਾ ਹੈ, ਕਿਉਂਕਿ ਉਹ ਤਾਂ ਆਪਣੇ ਵਿੱਚੋਂ ਹੀ ਬਣਾਇਆ ਹੈ ਉਹਨਾਂ ਨੇ। ਠੀਕ ਹੈ, ਇਸ ਕਰਕੇ ਉਹ ਦੁਬਾਰਾ ਤੋਂ ਸਹੁੰ ਨਹੀਂ ਚੁੱਕਦਾ, ਸਿਰਫ ਇੱਕ ਹੀ ਚੁੱਕਦਾ ਹੈ ਲੋਕ ਸਭਾ ਦੇ ਮੈਂਬਰ ਦੇ ਵਜੋਂ। ਲੋਕ ਸਭਾ ਦਾ ਮੈਂਬਰ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦਾ ਹੈ ਜੀ, ਇਹ ਆਪਣਾ ਤਿਆਗ ਪੱਤਰ ਦਿੰਦਾ ਹੈ ਡਿਪਟੀ ਸਪੀਕਰ ਨੂੰ, ਅਤੇ ਡਿਪਟੀ ਸਪੀਕਰ ਜਿਹੜਾ ਹੈ ਉਹ ਆਪਣਾ ਤਿਆਗ ਪੱਤਰ ਦਿੰਦਾ ਹੈ ਸਪੀਕਰ ਨੂੰ। ਦੋਨੋਂ ਇੱਕ ਦੂਜੇ ਦੇ ਓਪੋਜ਼ਿਟ ਨੇ। ਨੈਕਸਟ ਹੈ ਜੀ ਲੋਕ ਸਭਾ ਦੇ ਪਿਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ, ਤਾਂ ਪਿਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ ਗਣੇਸ਼ ਵਾਸੂਦੇਵ ਮੰਬਾਲਕਰ। ਇਹ ਲੋਕ ਸਭਾ ਦੇ ਪਿਤਾ ਦੇ ਨਾਮ ਨਾਲ ਜਾਣਿਆ ਜਾਂਦਾ ਵਿਅਕਤੀ ਹੈ। ਨੈਕਸਟ ਹੈ ਲੋਕ ਸਭਾ ਦਾ ਪਹਿਲਾ ਸਪੀਕਰ ਜੋ ਜਨਜਾਤੀ ਦੇ ਨਾਲ ਸੰਬੰਧ ਰੱਖਦਾ ਹੈ, ਸੋ ਪੀ.ਏ. ਸੰਗਮਾ ਜਿਹੜਾ ਹੈ ਇਹ ਉਹ ਸਪੀਕਰ ਹੈ ਜਿਹੜਾ ਕਿ ਟਰਾਈਬਸ, ਜਿਹੜੇ ਸ਼ਡਿਊਲ ਟਰਾਈਬਸ ਨੇ ਉਹਨਾਂ ਦੇ ਨਾਲ ਸੰਬੰਧ ਰੱਖਦਾ ਹੈ। ਲੋਕ ਸਭਾ ਦੀ ਬੈਠਕ ਨੂੰ ਭੰਗ ਕਰਨ ਜਾਂ ਉਸ ਦੀ ਮਿਤੀ ਅੱਗੇ ਪਾਉਣ ਦੀ ਸ਼ਕਤੀ ਕਿਸ ਕੋਲੇ ਹੈ, ਇਹ ਵੀ ਲੋਕ ਸਭਾ ਦੇ ਸਪੀਕਰ ਕੋਲੇ ਹੈ, ਕਿਉਂਕਿ ਉਹੀ ਬੈਠਕਾਂ ਬੁਲਾਊਗਾ, ਉਹੀ ਇਸ ਨੂੰ ਭੰਗ ਕਰ ਸਕਦਾ ਹੈ, ਮੀਨਜ਼ ਕੈਂਸਲ ਕਰ ਸਕਦਾ ਹੈ, ਤੇ ਉਹੀ ਇਸ ਨੂੰ ਅੱਗੇ ਪੋਸਟਪੋਨ ਵੀ ਕਰ ਸਕਦਾ ਹੈ। ਲੋਕ ਸਭਾ ਦੇ ਕਿਸ ਸਪੀਕਰ ਦਾ ਕਾਰਜਕਾਲ ਸਭ ਤੋਂ ਲੰਬਾ ਹੈ ਜੀ, ਤਾਂ ਇਹ ਕਾਰਜਕਾਲ ਬਲਰਾਮ ਭਗਤ ਦਾ ਜਿਹੜਾ ਹੈ ਸਭ ਤੋਂ ਲੰਬਾ ਕਾਰਜਕਾਲ ਹੈ ਲੋਕ ਸਭਾ ਦੇ ਸਪੀਕਰ ਦੇ ਵਜੋਂ। ਵੈਸੇ ਤਾਂ ਸਪੀਕਰ ਦੇ ਨਾ ਕਾਰਜਕਾਲ ਘੱਟ ਪੁੱਛਦੇ ਨੇ, ਬਟ ਮੈਂ ਐਡ ਕਰਤਾ ਸੀ, ਕਈ ਵਾਰ ਪੁੱਛ ਵੀ ਲੈਂਦੇ ਹੁੰਦੇ ਨੇ। ਨੈਕਸਟ ਹੈ ਡਿਪਟੀ ਸਪੀਕਰ ਜਾਰਜ ਗਿਲਬਰਟ ਸਵੈਲ ਜਿਹੜਾ ਹੈ ਉਹ ਕਿਸ ਰਾਜ ਤੋਂ ਸੀਗੇ,
ਇਹ ਸ਼ਿਲੌਂਗ ਰਾਜ ਤੋਂ ਸੀਗੇ, ਯਾਦ ਰੱਖਣਾ ਸ਼ਿਲੌਂਗ ਖੇਤਰ ਜਿਹੜਾ ਹੈ ਉਸ ਖੇਤਰ ਤੋਂ ਸੀਗੇ। ਠੀਕ ਹੈ, ਸਵੈਲ ਤੋਂ ਜੋੜ ਲੈਣਾ ਕਿ ਕਿੱਥੋਂ ਹੈ, ਸ਼ਿਲੌਂਗ ਤੋਂ। ਨੈਕਸਟ ਹੈ ਜੀ 66 ਨੰਬਰ, ਭਾਰਤ ਦੀ ਸਭ ਤੋਂ ਉੱਚ ਅਦਾਲਤ ਦਾ ਨਾਮ ਹੈ ਜੀ। ਤਾਂ ਭਾਰਤ ਦੀ ਸਭ ਤੋਂ ਉੱਚ ਅਦਾਲਤ ਹੈ ਜੀ ਸਰਵ ਉੱਚ ਅਦਾਲਤ। ਸਭ ਤੋਂ ਉੱਪਰ ਸੁਪਰੀਮ ਕੋਰਟ ਹੈ ਜਿਹਨੂੰ ਸਰਵਉੱਚ ਅਦਾਲਤ ਕਿਹਾ ਜਾਂਦਾ ਹੈ। ਫਿਰ ਰਾਜਾਂ ਦੇ ਵਿੱਚ ਹਾਈ ਕੋਰਟ ਹੁੰਦੀਆਂ ਨੇ, ਫਿਰ ਰਾਜਾਂ ਦੇ ਵਿੱਚ ਡਿਸਟ੍ਰਿਕਟ ਕੋਰਟ ਹੁੰਦੀਆਂ ਨੇ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਬਣਾਇਆ ਜਾਂਦਾ ਹੈ ਸਰਕਲ। ਸਭ ਤੋਂ ਉੱਪਰ ਹਾਈ ਕੋਰਟ ਹੁੰਦੀ ਹੈ, ਸੌਰੀ ਸੁਪਰੀਮ ਕੋਰਟ ਹੁੰਦੀ ਹੈਗੀ ਆ। ਨੈਕਸਟ ਹੈ ਭਾਰਤ ਦੇ ਵਿੱਚ ਕਿਹੜੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ। ਤਾਂ ਭਾਰਤ ਦੇ ਵਿੱਚ ਦੋਹਰੀ ਸੰਗਠਿਤ ਨਿਆਂਪਾਲਿਕਾ ਤੇ ਇਕਹਿਰੀ ਸੰਗਠਿਤ ਨਿਆਂਪਾਲਿਕਾ ਦੋਨੋਂ ਹੀ ਹੈਗੀ ਆ। ਠੀਕ ਹੈ, ਇਕਹਿਰੀ ਦੇ ਮਤਲਬ ਕਿ ਇੱਕ ਹੀ ਹੈੱਡ ਹੈਗੀ ਯਾਨੀ ਕਿ ਸੁਪਰੀਮ ਕੋਰਟ ਹੀ ਹੈੱਡ ਹੈਗੀ ਹੈ, ਬਾਕੀ ਦੀਆਂ ਅਦਾਲਤਾਂ ਉਸ ਦੇ ਅਧੀਨ ਆਉਂਦੀਆਂ ਨੇ। ਠੀਕ ਹੈ, ਦੋਹਰੀ ਦਾ ਮਤਲਬ ਹੈ ਕਿ ਇੱਕ ਤਾਂ ਕੇਂਦਰ ਦੇ ਵਿੱਚ ਹੈਗੀ ਆ ਤੇ ਦੂਜੀ ਰਾਜਾਂ ਦੇ ਵਿੱਚ ਹੈ। ਜੇਕਰ ਕੇਂਦਰ ਕੋਲੋਂ ਹੱਲ ਨਹੀਂ ਹੁੰਦਾ ਹੈ ਫਿਰ ਉਹ ਜੇਕਰ ਸਟੇਟ ਕੋਲੋਂ ਨਹੀਂ ਹੱਲ ਹੁੰਦਾ ਤਾਂ ਫਿਰ ਕੇਂਦਰ ਕੋਲੇ ਭੇਜ ਸਕਦੇ ਆ ਮਸਲੇ। ਸਰਵਉੱਚ ਅਦਾਲਤ ਦੀ ਵਿਵਸਥਾ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਵਿੱਚ ਕੀਤੀ ਗਈ ਹੈ। ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਇਹ। ਠੀਕ ਹੈ, ਆਰਟੀਕਲ 124 ਦੇ ਵਿੱਚ ਵਿਵਸਥਾ ਕੀਤੀ ਗਈ ਹੈ ਕਿ ਭਾਰਤ ਦੇ ਵਿੱਚ ਇੱਕ ਸਰਵਉੱਚ ਅਦਾਲਤ ਹੋਵੇਗੀ ਅਤੇ ਇਹ ਸਰਵਉੱਚ ਅਦਾਲਤ ਭਾਰਤ ਦੇ ਦਿੱਲੀ ਦੇ ਵਿੱਚ ਸਥਿਤ ਹੈ, ਇਹ ਵੀ ਯਾਦ ਰੱਖ ਲੈਣਾ। ਨੈਕਸਟ ਹੈ ਆਰੰਭ ਦੇ ਵਿੱਚ ਸਰਵਉੱਚ ਅਦਾਲਤ ਦੇ ਜੱਜਾਂ ਦੀ ਗਿਣਤੀ ਕਿੰਨੀ ਸੀ ਜੀ। ਸੋ ਜਦੋਂ ਸਰਵਉੱਚ ਅਦਾਲਤ ਬਣਾਈ ਗਈ 1950 ਦੇ ਵਿੱਚ ਤਾਂ ਉਸ ਸਮੇਂ ਦੇ ਵਿੱਚ ਇੱਕ ਮੁੱਖ ਜੱਜ ਤੇ 7 ਹੋਰ ਜੱਜ ਹੁੰਦੇ ਸੀ, ਯਾਨੀ ਕਿ ਟੋਟਲ 8 ਜੱਜ ਹੁੰਦੇ ਸੀਗੇ। ਨੈਕਸਟ ਹੈ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਦੇ ਵਿੱਚ ਵਾਧਾ ਕਰਨ ਦੀ ਸ਼ਕਤੀ ਜਾਂ ਵਾਧਾ ਤੋਂ ਕਹਿ ਸਕਦੇ ਘਟਾਉਣ ਦੀ ਸ਼ਕਤੀ ਇਹ ਕਿਹਨਾਂ ਕੋਲੇ ਹੈ। ਇਹ ਸੰਸਦ ਕੋਲੇ ਹੈ, ਭਾਰਤੀ ਪਾਰਲੀਮੈਂਟ ਕੋਲੇ ਹੈ। ਉਹ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਘਟਾ ਵੀ ਸਕਦੇ ਆ, ਵਧਾ ਵੀ ਸਕਦੇ ਆ। ਇਸ ਤੋਂ ਇਲਾਵਾ ਉਹ ਇਹਨਾਂ ਦੀ ਤਨਖਾਹ ਨੂੰ ਵੀ ਘੱਟ ਵੱਧ ਕਰ ਸਕਦੇ ਹੈਗੇ ਨੇਗੇ। ਓਕੇ, ਨੈਕਸਟ ਹੈ ਵੈਸੇ ਅਜੇ ਤੱਕ ਘਟਾਈ ਕਦੇ ਨਹੀਂ, ਵਧਾਈ ਹੀ ਹੈਗੀ ਆ। ਨੈਕਸਟ ਹੈ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ। ਤਾਂ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਦਾ ਹੈ ਰਾਸ਼ਟਰਪਤੀ। ਬਟ ਧਿਆਨ ਰੱਖਣਾ ਕਿ ਇਹ ਮੁੱਖ ਜੱਜ ਦੀ ਸਲਾਹ ਜ਼ਰੂਰ ਲੈਂਦਾ ਹੁੰਦਾ ਹੈ, ਫਿਰ ਹੀ ਜਿਹੜਾ ਉਸਦੀ ਨਿਯੁਕਤੀ ਕਰ ਸਕਦਾ ਹੈ। ਨੈਕਸਟ ਹੈ ਵਰਤਮਾਨ ਸਮੇਂ ਜੱਜਾਂ ਦੀ ਗਿਣਤੀ ਕਿੰਨੀ ਹੈ ਜੀ। ਸੋ ਜਦੋਂ ਪਹਿਲਾਂ ਬਣਾਈ ਗਈ ਸੀ ਉਦੋਂ 8 ਜੱਜ ਹੁੰਦੇ ਸੀਗੇ, ਇੱਕ ਮੁੱਖ ਜੱਜ ਤੇ 7 ਹੋਰ ਹੁੰਦੇ ਸੀਗੇ। ਵਰਤਮਾਨ ਸਮੇਂ 33 ਹੈ, 34 ਹੈ। ਇਹਨਾਂ ਦੇ ਵਿੱਚੋਂ 33 ਹੋਰ ਜੱਜ ਨੇ ਅਤੇ ਇੱਕ ਮੁੱਖ ਜੱਜ ਹੈ ਤੇ ਟੋਟਲ ਜਿਹੜੀ ਇਹ 34 ਹੋ ਜਾਂਦੇ ਹੈਗੇ ਆ। ਓਕੇ, ਨੈਕਸਟ ਹੈ ਜੀ ਵਰਤਮਾਨ ਸਮੇਂ ਸੁਪਰੀਮ ਕੋਰਟ ਦਾ ਚੀਫ ਜਸਟਿਸ ਕੌਣ ਹੈ ਜੀ। NV ਰਮਨਾ 48ਵਾਂ ਮੁੱਖ ਜੱਜ ਹੈ ਸੁਪਰੀਮ ਕੋਰਟ ਦਾ। ਮੋਸਟ ਇੰਪੋਰਟੈਂਟ ਕੁਐਸਚਨ ਹੈ ਵੀ। ਨੈਕਸਟ ਹੈ 2019 ਦੇ ਵਿੱਚ ਸੁਪਰੀਮ ਕੋਰਟ ਦਾ ਚੀਫ ਜਸਟਿਸ ਕੌਣ ਸੀ ਜੀ। ਤੇ ਆ ਵੀ ਪੂਰਾ ਯਾਦ ਕਰ ਲੈਣਾ, ਰੰਜਨ ਗੋਗੋਈ, ਕਿਉਂਕਿ ਇਹਦੇ ਬਾਰੇ ਜ਼ਿਆਦਾ ਕੁਐਸਚਨ ਬਣਦੇ ਨੇਗੇ। ਠੀਕ ਹੈ, ਰੰਜਨ ਗੋਗੋਈ, ਇਹ ਸੀਗਾ 47ਵਾਂ। ਨੈਕਸਟ ਹੈ ਜੀ ਸੁਪਰੀਮ ਕੋਰਟ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਜੀ। ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਉਹ 65 ਸਾਲ ਦੀ ਉਮਰ ਤੱਕ ਜਿਹੜਾ ਆਪਣੇ ਅਹੁਦੇ ਦੇ ਉੱਪਰ ਵਿਰਾਜਮਾਨ ਰਹਿ ਸਕਦੇ ਹੈਗੇ ਨੇਗੇ। ਨੈਕਸਟ ਹੈ ਜੀ ਸੁਪਰੀਮ ਕੋਰਟ ਦੇ ਜੱਜਾਂ ਦੀਆਂ ਯੋਗਤਾਵਾਂ। ਇਹਦੇ ਵਿੱਚ ਸਭ ਤੋਂ ਵੱਧ ਇੰਪੋਰਟੈਂਟ ਇਹੀ ਹੈ ਕਿ ਉਹ 10 ਸਾਲ ਲਗਾਤਾਰ ਕਿਸੇ ਉੱਚ ਅਦਾਲਤ ਦੇ ਵਿੱਚ ਵਕਾਲਤ ਕਰਦਾ ਰਿਹਾ ਹੋਵੇ, ਉਹੀ ਸੁਪਰੀਮ ਕੋਰਟ ਦਾ ਜੱਜ ਬਣ ਸਕਦਾ ਹੈ। ਇਸ ਤੋਂ ਇਲਾਵਾ ਉਸ ਨੂੰ ਕਾਨੂੰਨ ਦਾ ਜਿਹੜਾ ਹੈ ਨਾ ਬੜਾ ਗਿਆਨ ਹੋਣਾ ਚਾਹੀਦਾ ਹੈ, ਫਿਰ ਹੀ ਉਹ ਬਣ ਸਕਦਾ ਹੈ। ਸੁਪਰੀਮ ਕੋਰਟ ਦੇ ਜੱਜਾਂ ਨੂੰ ਉਹਨਾਂ ਦੇ ਅਹੁਦੇ ਤੋਂ ਕੌਣ ਹਟਾ ਸਕਦਾ ਹੈ ਜੀ। ਇਹ ਸ਼ਕਤੀ ਵੀ ਸੰਸਦ ਦੇ ਕੋਲੇ ਹੀ ਹੈਗੀ ਆ, ਬਟ ਇਹਦੇ ਲਈ ਅੱਜ ਤੱਕ 2/3 ਬਹੁਮਤ ਕਦੇ ਮਿਲਿਆ ਨਹੀਂ ਹੈ। ਇਸ ਕਰਕੇ ਸੁਪਰੀਮ ਕੋਰਟ ਦੇ ਕਿਸੇ ਜੱਜ ਨੂੰ ਹਟਾਇਆ ਵੀ ਨਹੀਂ ਗਿਆ। ਨੈਕਸਟ ਹੈ ਸੁਪਰੀਮ ਕੋਰਟ ਦੇ ਜੱਜਾਂ ਨੂੰ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ ਜੀ। ਸੋ ਇਹ ਸਹੁੰ ਚੁਕਾਈ ਜਾਂਦੀ ਹੈ ਰਾਸ਼ਟਰਪਤੀ ਦੇ ਦੁਆਰਾ। ਹੁਣ ਇਹ ਪੁਆਇੰਟ ਵੀ ਨੋਟ ਕਰ ਲੈਣਾ ਕਿ ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ ਹੈ ਜੀ। ਤਾਂ ਰਾਸ਼ਟਰਪਤੀ ਨੂੰ ਸਹੁੰ ਚੁਕਾਉਂਦਾ ਹੈ ਸੁਪਰੀਮ ਕੋਰਟ ਦਾ ਮੁੱਖ ਜੱਜ ਚੀਫ ਜਸਟਿਸ, ਅਤੇ ਚੀਫ ਜਸਟਿਸ ਨੂੰ ਸਹੁੰ ਚੁਕਾਉਂਦਾ ਹੈ ਜੀ ਰਾਸ਼ਟਰਪਤੀ। ਸਿੰਪਲ ਜਿਹਾ ਹੈ, ਇੱਕ ਦੂਜੇ ਦੇ ਓਪੋਜ਼ਿਟ ਇਹ ਵੀ ਆ ਜਾਂਦੇ ਹੈ। ਨੈਕਸਟ ਹੈ ਭਾਰਤ ਦੀ ਪਹਿਲੀ ਇਸਤਰੀ ਜੋ ਸਰਵਉੱਚ ਅਦਾਲਤ ਦੀ ਜੱਜ ਬਣੀ। ਇਹ ਕੁਐਸਚਨ ਵੀ ਵੈਰੀ ਇੰਪੋਰਟੈਂਟ ਹੈ। ਤਾਂ ਇਹ ਹੈ ਜੀ ਫਾਤਿਮਾ ਬੀਬੀ। ਫਾਤਿਮਾ ਬੀਬੀ ਜਿਹੜੀ ਹੈ ਉਹ ਭਾਰਤ ਦੀ ਪਹਿਲੀ ਇਸਤਰੀ ਹੈ ਜੋ ਸਰਵਉੱਚ ਅਦਾਲਤ ਦੀ ਜੱਜ ਬਣੀ ਹੈ, ਨਾ ਕਿ ਮੁੱਖ ਜੱਜ। ਮੁੱਖ ਜੱਜ ਨਾ ਲਿਖ ਦਿਓ, ਮੁੱਖ ਜੱਜ ਅਜੇ ਤੱਕ ਕੋਈ ਵੀ ਇਸਤਰੀ ਨਹੀਂ ਬਣੀ ਹੈਗੀ, ਇਕੱਲੀ ਜੱਜ ਹੀ ਬਣੀ ਹੈ। ਠੀਕ ਹੈ, ਹੁਣ ਤੱਕ ਭਾਰਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ 11 ਜੱਜ ਜਿਹੜੀਆਂ ਨੇ ਉਹ ਲੇਡੀਜ਼ ਬਣ ਚੁੱਕੀਆਂ ਨੇ ਅਤੇ 4 ਜਿਹੜੀਆਂ ਇਹਨਾਂ ਦੇ ਵਿੱਚੋਂ ਵਰਤਮਾਨ ਸਮੇਂ ਕੰਮ ਕਰ ਰਹੀਆਂ ਨੇਗੀਆਂ। ਨੈਕਸਟ ਹੈ ਭਾਰਤ ਸਰਕਾਰ ਤੇ ਦੂਜੇ ਪਾਸੇ ਇੱਕ ਜਾਂ ਇੱਕ ਤੋਂ ਵੱਧ ਰਾਜ ਦੇ ਝਗੜੇ ਸੰਬੰਧੀ ਮੁਕੱਦਮਾ ਕਿਸ ਖੇਤਰ ਦੇ ਅਧੀਨ ਆਉਂਦਾ ਹੈ। ਤਾਂ ਇਸ ਦੇ ਅਧੀਨ ਪ੍ਰੰਬਕ ਅਧਿਕਾਰ ਖੇਤਰ ਹੈ, ਇਸ ਦੇ ਅਧੀਨ ਉਸ ਨੂੰ ਜਿਹੜਾ ਹੱਲ ਕੀਤਾ ਜਾਂਦਾ ਹੈ। ਸੁਪਰੀਮ ਕੋਰਟ ਦੇ ਵਿੱਚ ਜੇਕਰ ਕੋਈ ਮਸਲਾ ਜਾਂਦਾ ਹੈ ਤਾਂ ਉਹਦੇ ਵਿੱਚ ਇੱਕ ਪਾਸੇ ਭਾਰਤ ਸਰਕਾਰ ਹੋ, ਦੂਜੇ ਪਾਸੇ ਇੱਕ ਜਾਂ ਇੱਕ ਤੋਂ ਵੱਧ ਰਾਜ ਹੋ ਸਕਦੇ ਨੇ। ਇਹਨਾਂ ਦੋਨਾਂ ਪ੍ਰਤੀ ਜੇਕਰ ਕੋਈ ਝਗੜਾ ਹੋ ਜਾਂਦਾ ਹੈ ਤਾਂ ਇਹਦਾ ਹੱਲ ਜਿਹੜਾ ਸੁਪਰੀਮ ਕੋਰਟ ਕਰੂਗੀ, ਅਤੇ ਸੁਪਰੀਮ ਕੋਰਟ ਦੇ ਸ਼ਕਤੀਆਂ ਦੇ ਵਿੱਚ ਪ੍ਰੰਬਕ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ, ਯਾਨੀ ਕਿ ਉਹ ਮਸਲੇ ਜਿਹੜੇ ਸਿੱਧੇ ਸੁਪਰੀਮ ਕੋਰਟ ਦੇ ਵਿੱਚ ਹੀ ਪੇਸ਼ ਕੀਤੇ ਜਾ ਸਕਦੇ ਨੇ। ਠੀਕ ਹੈ, ਇਹਨਾਂ ਨੂੰ ਪ੍ਰੰਬਕ ਅਧਿਕਾਰ ਖੇਤਰ ਕਹਿੰਦੇ ਨੇ। ਨੈਕਸਟ ਹੈ ਜੀ ਅੰਤਰਰਾਜੀ ਨਦੀ ਘੰਟਿਆਂ ਪਾਣੀ ਦੀ ਵਰਤੋਂ ਸੰਬੰਧੀ
ਸੰਬੰਧੀ, ਠੀਕ ਹੈ, ਮਸਲੇ ਕਿਸ ਅਦਾਲਤ ਦੇ ਵਿੱਚ ਲਿਜਾਏ ਜਾਂਦੇ ਨੇ। ਤੇ ਇੱਥੇ ਵੀ ਇੱਕ ਪਾਸੇ ਤਾਂ ਇੱਕ ਇੰਟਰਨੈਸ਼ਨਲ ਨੈਸ਼ਨਲ ਹੋ ਸਕਦਾ, ਮੀਨਜ਼ ਕਿ ਰਾਜ ਸਰਕਾਰ ਹੋ ਸਕਦੀ ਹੈ, ਦੂਜੇ ਪਾਸੇ ਕੇਂਦਰ ਸਰਕਾਰ ਵੀ ਹੋ ਸਕਦੀ ਹੈ, ਮੀਨਜ਼ ਕਿ ਦੋ ਜਾਂ ਦੋ ਤੋਂ ਵੱਧ ਰਾਜ ਹੋ ਗਏ ਨੇਗੇ, ਠੀਕ ਹੈ, ਇਸ ਮਸਲੇ ਨੂੰ ਲੈ ਕੇ। ਤੇ ਇਸ ਕਰਕੇ ਫਿਰ ਇਹ ਵੀ ਪ੍ਰੰਬਕ ਅਧਿਕਾਰ ਦੇ ਵਿੱਚ ਹੀ ਹੁੰਦਾ, ਤੇ ਇਸ ਮਸਲੇ ਦਾ ਹੱਲ ਵੀ ਫਿਰ ਜਿਹੜਾ ਉਹ ਸੁਪਰੀਮ ਕੋਰਟ ਹੀ ਕਰੂਗੀ, ਕਿਉਂਕਿ ਦੋ ਰਾਜਾਂ ਦੇ ਵਿਚਕਾਰ ਹੈ। ਨੈਕਸਟ ਹੈ ਸਰਵਉੱਚ ਅਦਾਲਤ ਦੇ ਅਪੀਲੀ ਅਧਿਕਾਰ ਖੇਤਰ ਹੈਗੇ ਨੇ। ਸੰਵਿਧਾਨਕ ਮਾਮਲਿਆਂ ਦੇ ਵਿੱਚ ਕੋਈ ਅਪੀਲ ਹੈ ਉਹ ਵੀ ਇੱਥੇ ਜਾਊਗੀ। ਦੀਵਾਨੀ ਮੁਕੱਦਮਿਆਂ ਦੇ ਵਿੱਚ ਕੋਈ ਅਪੀਲ ਹੈ ਤਾਂ ਉਹ ਵੀ ਸਰਵਉੱਚ ਅਦਾਲਤ ਕੋਲੇ ਜਾਊਗੀ। ਫੌਜਦਾਰੀ ਮੁਕੱਦਮਿਆਂ ਦੇ ਵਿੱਚ ਅਪੀਲ ਕੀਤੀ ਗਈ ਹੈ ਤਾਂ ਵੀ ਸਰਵਉੱਚ ਅਦਾਲਤ ਕੋਲੇ ਜਾਊਗੀ। ਵਿਸ਼ੇਸ਼ ਅਪੀਲ ਜਿਹੜੀ ਹੈ ਸੋ ਉਸ ਦੇ ਅਧੀਨ ਵੀ ਜਿਹੜਾ ਹੈ ਇਹ ਉੱਥੇ ਹੀ ਜਾਵੇਗੀ। ਨੈਕਸਟ ਹੈ ਹੁਣ ਤੱਕ ਰਾਸ਼ਟਰਪਤੀ ਨੂੰ ਸਰਵਉੱਚ ਅਦਾਲਤ ਨੇ ਕਿੰਨੀ ਵਾਰ ਸਲਾਹ ਦਿੱਤੀ ਹੈ। ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਬਈ। ਤਾਂ 11 ਵਾਰ ਜਿਹੜਾ ਹੈ ਰਾਸ਼ਟਰਪਤੀ ਹੁਣ ਤੱਕ ਸਲਾਹ ਲੈ ਚੁੱਕਿਆ ਹੈ ਸਰਵਉੱਚ ਅਦਾਲਤ ਦੇ ਕੋਲੋਂ। ਅਤੇ ਇੱਕ ਚੀਜ਼ ਧਿਆਨ ਰੱਖਣਾ ਕਿ ਇਹ ਰਾਸ਼ਟਰਪਤੀ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਉਹ ਸਰਵਉੱਚ ਅਦਾਲਤ ਦੀ ਜਿਹੜੀ ਸਲਾਹ ਦਿੱਤੀ ਗਈ ਹੈ ਉਹਨੂੰ ਮੰਨੇਗਾ ਜਾਂ ਨਹੀਂ ਮੰਨੇਗਾ। ਇਹ ਚੀਜ਼ ਵੀ ਬਹੁਤ ਧਿਆਨ ਦੇਣ ਯੋਗ ਹੈ। 11 ਵਾਰ ਸਲਾਹ ਲਈ ਹੈ ਬਟ ਆਪਣੀ ਮਰਜ਼ੀ ਦੇ ਅਨੁਸਾਰ ਹੀ ਉਹ ਮੰਨੇਗਾ। ਸੰਵਿਧਾਨ ਦੀ ਵਿਆਖਿਆ ਦੇ ਲਈ ਅਤੇ ਰੱਖਿਆ ਦੇ ਅਧਿਕਾਰ ਦੇ ਲਈ ਵਿਵਸਥਾ ਕੀਤੀ ਗਈ ਹੈ ਜੀ ਨਿਆਇਕ ਪੁਨਰ ਨਿਰੀਖਣ ਦੀ, ਜਿਹਨੂੰ ਜੁਡੀਸ਼ੀਅਲ ਰਿਵਿਊ ਕਿਹਾ ਜਾਂਦਾ ਹੈ। ਅਤੇ ਇਹ ਕਨਸੈਪਟ ਨਾ ਅਸੀਂ USA ਤੋਂ ਲਿਆ ਹੈ। ਇਹ ਹੈ ਕੀ ਹੈ ਇਹ ਸਮਝ ਲਓ, ਸੰਵਿਧਾਨ ਦੀ ਵਿਆਖਿਆ ਦੇ ਲਈ ਅਤੇ ਰੱਖਿਆ ਦੇ ਲਈ, ਠੀਕ ਹੈ। ਇਹੀ ਚੀਜ਼ ਹੈ ਕਿ ਸੰਵਿਧਾਨ ਦੀ ਵਿਆਖਿਆ ਵੀ ਕਰੂਗਾ ਤੇ ਇਹੀ ਸੰਵਿਧਾਨ ਦੀ ਰੱਖਿਆ ਵੀ ਕਰੂਗਾ, ਦੋਨੋਂ ਚੀਜ਼ਾਂ ਨੇ ਗਿਆ। ਨਿਆਇਕ ਪੁਨਰ ਨਿਰੀਖਣ ਦੇ ਅਧੀਨ ਇਹ ਹੈ ਕਿ ਜੇਕਰ ਸੰਸਦ ਕੋਈ ਇਹੋ ਜਿਹਾ ਕਾਨੂੰਨ ਪਾਸ ਕਰ ਦਿੰਦਾ ਹੈ ਜੋ ਸੰਵਿਧਾਨ ਦੇ ਉਦੇਸ਼ਾਂ ਦੀ ਉਲੰਘਣਾ ਕਰਦਾ ਹੋਵੇ, ਸੰਵਿਧਾਨ ਦੇ ਕਿਸੇ ਆਰਟੀਕਲ ਦੀ ਉਲੰਘਣਾ ਕਰਦਾ ਹੋਵੇ ਅਤੇ ਸਾਡੇ ਫੰਡਾਮੈਂਟਲ ਰਾਈਟਸ ਦੇ ਉੱਪਰ ਕੋਈ ਪਾਬੰਦੀ ਲਗਾਉਂਦਾ ਹੋਵੇ ਤਾਂ ਉਸ ਨੂੰ ਜਿਹੜਾ ਹੈ ਨਿਆਇਕ ਪੁਨਰ ਨਿਰੀਖਣ ਦੇ ਦੁਆਰਾ ਸਰਵਉੱਚ ਅਦਾਲਤ ਰੱਦ ਕਰ ਸਕਦੀ ਹੈ। ਇਹੀ ਸ਼ਕਤੀ ਹੈ ਨਿਆਇਕ ਪੁਨਰ ਨਿਰੀਖਣ ਦੀ ਜਿਹੜੀ USA ਤੋਂ ਲਈ ਹੈ। ਇਹਦੇ ਅਧੀਨ ਸੰਵਿਧਾਨ ਦੀ ਵਿਆਖਿਆ ਕੀਤੀ ਜਾਊ ਅਤੇ ਸੰਵਿਧਾਨ ਦੀ ਰੱਖਿਆ ਕੀਤੀ ਜਾਊਗੀ। ਨੈਕਸਟ ਹੈ ਸਭ ਤੋਂ ਪਹਿਲਾਂ ਸਰਵਉੱਚ ਅਦਾਲਤ ਦੀ ਵਿਵਸਥਾ ਭਾਰਤ ਦੇ ਕਿਸ ਰਾਜ ਵਿੱਚ ਕੀਤੀ ਗਈ ਸੀ ਜੀ। ਤਾਂ ਕੋਲਕਾਤਾ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਹੈ ਸਰਵਉੱਚ ਅਦਾਲਤ ਦੀ ਵਿਵਸਥਾ ਕੀਤੀ ਗਈ ਸੀ। 1773 ਦਾ ਐਕਟ ਸੀਗਾ ਜਿਹਨੂੰ ਰੈਗੂਲੇਟਿੰਗ ਐਕਟ ਦਾ ਜਿਹੜਾ ਨਾਮ ਦਿੱਤਾ ਗਿਆ ਸੀ, ਅਤੇ ਐਸਟੈਬਲਿਸ਼ ਇਸ ਨੂੰ 1774 ਦੇ ਵਿੱਚ ਕੀਤਾ ਸੀ। ਇਹ ਸਭ ਤੋਂ ਪੁਰਾਣੀ ਹਾਈ ਕੋਰਟ ਵੀ ਹੈਗੀ, ਇਹ ਵੀ ਯਾਦ ਰੱਖਣ ਨਾਲ ਕੋਲਕਾਤਾ। ਓਕੇ, ਨੈਕਸਟ ਹੈ ਜੀ ਆਜ਼ਾਦੀ ਤੋਂ ਪਹਿਲਾਂ ਸਰਵਉੱਚ ਅਦਾਲਤ ਦੀ ਵਿਵਸਥਾ ਕਦੋਂ ਕੀਤੀ ਗਈ ਸੀ ਜੀ। 1 ਅਕਤੂਬਰ 1937 ਨੂੰ ਜਿਹੜਾ ਹੈ ਇਸ ਅਦਾਲਤ ਦੀ ਸਥਾਪਨਾ ਕੀਤੀ ਗਈ ਸੀਗੀ ਦਿੱਲੀ ਦੇ ਵਿੱਚ। ਨੈਕਸਟ ਹੈ ਭਾਰਤੀ ਸਰਵਉੱਚ ਅਦਾਲਤ ਦਾ ਗਠਨ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਵਿੱਚ ਅਧੀਨ ਕੀਤਾ ਗਿਆ ਹੈ। ਭਾਰਤੀ ਸਰਵਉੱਚ ਅਦਾਲਤ ਦੇ ਗਠਨ ਦਾ ਭਾਰਤੀ ਸੰਵਿਧਾਨ ਦੇ ਕਿਸ ਭਾਗ ਦੇ ਵਿੱਚ ਜਿਹੜਾ ਕਹਿ ਸਕਦੇ ਹਨ ਰੱਖਿਆ ਗਿਆ ਹੈ ਸਰਵਉੱਚ ਅਦਾਲਤ ਨੂੰ। ਤਾਂ ਭਾਗ 5ਵਾਂ ਹੈ, ਅਨੁਛੇਦ 124 ਸੀ ਆਪਾਂ ਗੱਲ ਕੀਤੀ ਸੀਗੀ, ਭਾਗ 5ਵਾਂ ਬਣ ਜਾਂਦਾ ਹੈ। ਨੈਕਸਟ ਹੈ ਕਿਸ ਅਨੁਛੇਦ ਦੇ ਅਨੁਸਾਰ ਸਰਵਉੱਚ ਅਦਾਲਤ ਰਿਕਾਰਡ ਦੀ ਕੋਰਟ ਹੈ, ਯਾਨੀ ਕਿ ਰਿਕਾਰਡ ਸੰਭਾਲਦੀ ਹੈ, ਸਾਰੇ ਰਿਕਾਰਡਸ ਨੇ ਇਹਨਾਂ ਕੋਲ ਜਿੰਨੇ ਕੇਸ ਹੋਏ ਨੇ। ਤਾਂ ਅਨੁਛੇਦ 129 ਦੇ ਅਨੁਸਾਰ ਜਿਹੜਾ ਹੈ ਸਰਵਉੱਚ ਅਦਾਲਤ ਜਿਹੜੀ ਹੈ ਉਹ ਰਿਕਾਰਡ ਦੀ ਕੋਰਟ ਹੈ। ਸਰਵਉੱਚ ਅਦਾਲਤ ਨੂੰ ਪ੍ਰਾਰੰਭਿਕ ਅਧਿਕਾਰ ਕਿਸ ਅਨੁਛੇਦ ਦੇ ਅਧੀਨ ਦਿੱਤਾ ਗਿਆ ਹੈ ਜੀ। ਤਾਂ ਇਹ ਅਧਿਕਾਰ ਜਿਹੜਾ ਹੈ ਅਨੁਛੇਦ 131 ਦੇ ਅਧੀਨ ਦਿੱਤਾ ਗਿਆ ਹੈ ਕਿ ਕੁਝ ਮਾਮਲੇ ਜਿਹੜੇ ਹੈਗੇ ਨੇ ਉਹ ਸਿੱਧੇ ਸਰਵਉੱਚ ਅਦਾਲਤ ਦੇ ਵਿੱਚ ਹੀ ਪੇਸ਼ ਕੀਤੇ ਜਾ ਸਕਦੇ ਨੇ। ਸਰਵਉੱਚ ਅਦਾਲਤ ਦੇ ਦੁਆਰਾ ਰਿਟਸ ਕਿਸ ਅਨੁਛੇਦ ਦੇ ਦੁਆਰਾ ਜਾਰੀ ਕੀਤੀ ਜਾਂਦੀ ਹੈ। ਤਾਂ ਅਨੁਛੇਦ 139 ਦੇ ਅਧੀਨ ਸਰਵਉੱਚ ਅਦਾਲਤ ਜਿਹੜੀ ਹੈ ਉਹ 5 ਤਰ੍ਹਾਂ ਦੀ ਜਿਹੜੀ ਰਿਟ ਹੈ ਉਹ ਜਾਰੀ ਕਰ ਸਕਦੀ ਹੈ। ਕਿਸੇ ਨੂੰ ਬੰਦੀ ਨਹੀਂ ਬਣਾਇਆ ਜਾ ਸਕਦਾ, ਕਿਸੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਨਾ, ਨਜ਼ਰਬੰਦੀ ਨਹੀਂ ਕੀਤਾ ਜਾ ਸਕਦਾ, ਬਿਨਾਂ ਦੱਸੇ ਉਸ ਨੂੰ ਜਿਹੜਾ ਹੈ ਨਾ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਸ਼ਾਮਲ ਹੈਗੀਆਂ ਨੇਗੀਆਂ। ਨੈਕਸਟ ਹੈ ਜੀ ਨੈਕਸਟ ਹੈ ਸਰਵਉੱਚ ਅਦਾਲਤ ਨੂੰ ਕਾਨੂੰਨ ਬਣਾਉਣ ਸੰਬੰਧੀ ਸ਼ਕਤੀ ਕਿਸ ਆਰਟੀਕਲ ਦੇ ਅਧੀਨ ਦਿੱਤੀ ਗਈ ਹੈ। ਸੋ ਆਰਟੀਕਲ 141 ਦੇ ਅਧੀਨ ਸਰਵਉੱਚ ਅਦਾਲਤ ਨੂੰ ਕਾਨੂੰਨ ਬਣਾਉਣ ਦੀ ਸ਼ਕਤੀ ਦਿੱਤੀ ਗਈ ਹੈ। ਵੈਸੇ ਇਹ ਸ਼ਕਤੀ ਜਿਹੜੀ ਹੈ ਪਾਰਲੀਮੈਂਟ ਕੋਲੇ ਹੈ, ਉਹੀ ਕਾਨੂੰਨ ਬਣਾਉਂਦੀ ਹੈ। ਬਟ ਇਹ ਸਥਿਤੀ ਉਹ ਹੈ ਕਿ ਕਈ ਵਾਰ ਕੋਈ ਇਹੋ ਜਿਹਾ ਕੇਸ ਆ ਜਾਂਦਾ ਜਿਹਦੇ ਪ੍ਰਤੀ ਕੋਈ ਸੰਵਿਧਾਨ ਦੇ ਵਿੱਚ ਵਿਆਖਿਆ ਨਹੀਂ ਕੀਤੀ ਗਈ, ਤਾਂ ਉਸ ਪ੍ਰਤੀ ਜਿਹੜੀ ਸਰਵਉੱਚ ਅਦਾਲਤ ਹੈ ਉਹ ਕੋਈ ਇਹੋ ਜਿਹਾ ਕਾਨੂੰਨ ਬਣਾ ਸਕਦੀ ਹੈ ਤੁਰੰਤ ਹੀ, ਜਿਹੜੇ ਇਸ ਦੇ ਅਨੁਸਾਰ ਉਸ ਦਾ ਜਿਹੜਾ ਹੈ ਨਾ ਸੋਲਿਊਸ਼ਨ ਕੀਤਾ ਜਾ ਸਕੇ। ਫਿਰ ਉਸ ਨੂੰ ਕਾਨੂੰਨ ਦੇ ਰੂਪ ਦੇ ਵਿੱਚ ਲਾਗੂ ਵੀ ਕਰ ਦਿੰਦੀ ਹੈ ਕਿ ਜੇਕਰ ਕਦੇ ਅਜਿਹਾ ਅੱਗੇ ਤੋਂ ਵਾਪਰੂਗਾ ਤਾਂ ਇਸ ਕਾਨੂੰਨ ਦੇ ਅਨੁਸਾਰ ਉਸ ਨੂੰ ਸਜ਼ਾ ਦਿੱਤੀ ਜਾਊਗੀ। ਨੈਕਸਟ ਹੈ ਵਰਤਮਾਨ ਸਮੇਂ ਸੁਪਰੀਮ ਕੋਰਟ ਦੇ ਜੱਜ ਕਿੰਨਵੀਂ ਜੱਜ ਔਰਤ ਇਸਤਰੀ ਹੈਗੀ। ਤਾਂ ਵਰਤਮਾਨ ਸਮੇਂ 11ਵੀਂ ਜਿਹੜੀ ਹੈ ਨਾ ਜੱਜ ਉਹ ਕੰਮ ਕਰ ਰਹੀ ਹੈਗੀ ਸੁਪਰੀਮ ਕੋਰਟ ਦੇ ਵਿੱਚ। ਟੋਟਲ 11 ਇਸਤਰੀਆਂ ਹੋ ਚੁੱਕੀਆਂ ਨੇਗੀਆਂ। ਪਹਿਲੀ ਫਾਤਿਮਾ ਬੀਬੀ ਸੀਗੀ। ਵਰਤਮਾਨ ਸਮੇਂ ਜਿਹੜੀਆਂ 4 ਇਸਤਰੀਆਂ ਇਕੱਠੀਆਂ ਕੰਮ ਕਰ ਰਹੀਆਂ ਨੇ ਸੁਪਰੀਮ ਕੋਰਟ ਦੇ ਵਿੱਚ। ਨੈਕਸਟ ਹੈ ਸਰਵਉੱਚ ਅਦਾਲਤ ਦੇ ਸਭ ਤੋਂ ਪਹਿਲੇ ਮੁਸਲਿਮ ਜੱਜ ਕੌਣ ਸੀਗੇ ਜੀ। M ਹਦਾਇਤ ਉੱਲਾ 1968 ਦੇ ਵਿੱਚ ਸੀਗੇ, ਜੋ ਭਾਰਤ ਦੇ ਰਾਸ਼ਟਰਪਤੀ ਵੀ ਰਹੇ ਹੈਗੇ ਨੇ ਕਾਰਜਵਾਹਕ ਰੂਪ ਦੇ ਵਿੱਚ। ਓਕੇ, M ਹਦਾਇਤ ਉੱਲਾ, ਮੁਹੰਮਦ ਹਦਾਇਤ ਉੱਲਾ ਕਹਿ ਦਿੰਦੇ ਪੂਰਾ ਨਾਮ ਇਸ ਦਾ।
ਸਰਵਉੱਚ ਅਦਾਲਤ ਦੇ ਪਹਿਲੇ ਜੱਜ ਜੋ ਦਲਿਤ ਸਮੁਦਾਇ ਤੋਂ ਸੀਗੇ ਜੀ, ਉਹਨਾਂ ਦਾ ਨਾਮ ਸੀ ਜੀ KG ਬਾਲਾ ਕ੍ਰਿਸ਼ਨਾ। ਇਹ 2000 ਦੇ ਵਿੱਚ ਬਣੇ ਸੀ, ਦਲਿਤ ਸਮੁਦਾਇ ਤੋਂ ਇਹ ਬਿਲੋਂਗ ਕਰਦੇ ਸੀ। ਭਾਰਤ ਦੇ ਪਹਿਲੇ ਸਿੱਖ ਜੋ ਸਰਵਉੱਚ ਅਦਾਲਤ ਦੇ ਮੁੱਖ ਜੱਜ ਬਣੇ ਜੀ, ਇਹਨਾਂ ਦਾ ਨਾਮ ਸੀ ਜਗਦੀਸ਼ ਸਿੰਘ ਖੇਹਰ। ਇਹ 2010 ਦੇ ਵਿੱਚ ਸਰਵਉੱਚ ਅਦਾਲਤ ਦੇ ਮੁੱਖ ਜੱਜ ਬਣੇ ਸੀਗੇ, ਚੀਫ ਜਸਟਿਸ ਬਣੇ ਸੀਗੇ। ਸਰਵਉੱਚ ਅਦਾਲਤ ਦੇ ਮੁੱਖ ਜੱਜ ਦੀ ਤਨਖਾਹ ਕਿੰਨੀ ਹੁੰਦੀ ਹੈ ਜੀ? ਤਾਂ 2,80,000 ਰੁਪਇਆ ਤਨਖਾਹ ਹੁੰਦੀ ਹੈਗੀ ਆ ਸਰਵਉੱਚ ਅਦਾਲਤ ਦੇ ਮੁੱਖ ਜੱਜ ਦੀ। ਅਗਰ ਪੁੱਛ ਲਿਆ ਜਾਵੇ ਕਿ ਦੂਸਰੇ ਜੱਜਾਂ ਦੀ ਤਨਖਾਹ ਕਿੰਨੀ ਹੁੰਦੀ ਹੈ, ਤਾਂ 2,50,000 ਤਨਖਾਹ ਹੁੰਦੀ ਹੈ। ਮੁੱਖ ਜੱਜ ਦੀ 2,80,000, ਦੂਸਰੇ ਜੱਜਾਂ ਦੀ 2,50,000। ਕੇਸ਼ਵਾਨੰਦ ਭਾਰਤੀ ਦੇ ਮੁਕੱਦਮੇ ਸਮੇਂ ਭਾਰਤ ਦੀ ਮੁੱਖ ਜੱਜ ਕੌਣ ਸੀ ਜੀ? ਇਹ ਕੇਸ ਨਾ ਕਾਫੀ ਇੰਪੋਰਟੈਂਟ ਹੈ ਕੇਸ਼ਵਾਨੰਦ ਵਾਲਾ, ਜੋ ਆਪਾਂ ਅੱਗੇ ਗੱਲ ਕਰਾਂਗੇ, ਠੀਕ ਹੈ। ਮਾਸਟਰ ਗ੍ਰੇਡਰ ਦੇ ਵਿੱਚ ਡੀਪਲੀ ਜਿਹ ਜਾਂਦੇ, ਮਾਸਟਰ ਗ੍ਰੇਡਰ 'ਚ ਆਪਾਂ ਇਹਨੂੰ ਚੰਗੀ ਤਰ੍ਹਾਂ ਸਮਝਾਂਗੇ। SM ਸਿਕਰੀ ਜਿਹੜੀ ਹੈ ਉਹ ਮੁੱਖ ਜੱਜ ਸੀਗੇ ਇਸ ਸਮੇਂ, ਠੀਕ ਹੈ, ਜਦੋਂ ਕੇਸ਼ਵਾਨੰਦ ਭਾਰਤੀ ਮੁਕੱਦਮਾ ਚੱਲਿਆ ਸੀ। ਬਾਕੀ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਤੁਹਾਨੂੰ ਥਿਊਰੀ ਦੇ ਵਿੱਚੋਂ ਮਿਲ ਜਾਊਗੀ, ਉੱਥੋਂ ਜ਼ਰੂਰ ਪੜ੍ਹ ਲਿਓ। ਨਿਆਇਕ ਪੁਨਰ ਨਿਰੀਖਣ ਦਾ ਸਿਧਾਂਤ ਕਿਸ ਦੇਸ਼ ਦੀ ਦੇਣ ਹੈ? ਇਹ ਅਮਰੀਕਾ ਤੋਂ ਲਿਆ ਹੈ, ਆਪਾਂ ਗੱਲ ਕੀਤੀ ਸੀ ਪਹਿਲੇ। ਜੁਡੀਸ਼ੀਅਲ ਰਿਵਿਊ ਸੀ ਜਿਹਦੇ ਨਾਲ ਸੰਵਿਧਾਨ ਦੀ ਰੱਖਿਆ ਕੀਤੀ ਜਾ ਸਕਦੀ ਹੈ। ਸੰਵਿਧਾਨ ਦੇ ਤੀਜੇ ਭਾਗ ਦੇ ਵਿੱਚ ਅੰਕਿਤ ਮੌਲਿਕ ਅਧਿਕਾਰਾਂ ਦੀ ਰਾਖੀ ਕੌਣ ਕਰਦਾ ਹੈ ਜੀ? ਸੋ ਇਹਦੀ ਰਾਖੀ ਸੁਪਰੀਮ ਕੋਰਟ ਕਰਦੀ ਹੈ। ਜੇਕਰ ਮੌਲਿਕ ਅਧਿਕਾਰ ਲਾਗੂ ਨਹੀਂ ਹੁੰਦੇ ਤਾਂ ਅਸੀਂ ਸੁਪਰੀਮ ਕੋਰਟ ਦੀ ਸ਼ਰਨ ਲੈ ਸਕਦੇ ਹਾਂ ਆਰਟੀਕਲ 32 ਦੇ ਅਧੀਨ। ਨੈਕਸਟ ਹੈ ਜੀ, ਸੰਵਿਧਾਨ ਦੀ ਧਾਰਾ 32 ਅਨੁਸਾਰ ਜੇਕਰ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਉਹ ਕਿਸ ਦੀ ਸ਼ਰਨ ਲੈ ਸਕਦਾ ਹੈ? ਹੁਣੇ ਦੱਸਿਆ ਹੈ ਸੁਪਰੀਮ ਕੋਰਟ ਦੀ। ਭਾਰਤ ਦੇ ਵਿੱਚ ਇਕਹਿਰੀ ਨਿਆਂ ਪ੍ਰਣਾਲੀ ਦਾ ਸੰਕਲਪ ਕਿਸ ਤੋਂ ਲਿਆ ਗਿਆ ਹੈ ਜੀ? ਇਹ 1935 ਦਾ ਐਕਟ ਸੀਗਾ ਜੀ, ਉੱਥੋਂ ਅਸੀਂ ਇਹ ਕੰਸੈਪਟ ਲੈ ਲਿਆ, ਮੀਨਸ ਕਿ ਸੰਕਲਪ ਨੂੰ ਐਡ ਕਰ ਲਿਆ ਹੈ ਕਿ ਭਾਰਤ ਦੇ ਵਿੱਚ ਇਕਹਿਰੀ ਨਿਆਂਪਾਲਿਕਾ ਹੋਣੀ ਚਾਹੀਦੀਆਂ, ਦੋ ਨਹੀਂ ਹੋਣੀਆਂ ਚਾਹੀਦੀਆਂ, ਬਾਅਦ ਦੇ ਵਿੱਚ ਉਲਝੇ ਰਹਿਣਗੇ ਇਹ। ਨੈਕਸਟ ਹੈ, ਸਰਵਉੱਚ ਅਦਾਲਤ ਦਾ ਮੁੱਖ ਜੱਜ ਆਪਣਾ ਤਿਆਗ ਪੱਤਰ ਕਿਸ ਨੂੰ ਦੇ ਸਕਦਾ ਹੈ ਜੀ? ਰਾਸ਼ਟਰਪਤੀ ਨੂੰ। ਆਹ ਕੁਐਸਚਨ ਵੀ ਬਹੁਤ ਬਹੁਤ ਇੰਪੋਰਟੈਂਟ ਹੈ ਬਾਈ। ਸਰਵਉੱਚ ਅਦਾਲਤ ਦਾ ਮੁੱਖ ਜੱਜ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦਾ ਹੈ? ਰਾਸ਼ਟਰਪਤੀ ਨੂੰ। ਨੈਕਸਟ ਹੈ, ਸੰਵਿਧਾਨ ਦੀ ਵਿਆਖਿਆ ਕਰਨ ਦਾ ਅੰਤਿਮ ਅਧਿਕਾਰ ਕਿਸ ਨੂੰ ਹੈ ਜੀ? ਇਹ ਅਧਿਕਾਰ ਵੀ ਸਰਵਉੱਚ ਅਦਾਲਤ ਦੇ ਕੋਲ ਹੀ ਹੈ। ਸੰਵਿਧਾਨ ਦੀ ਅੰਤਿਮ ਵਿਆਖਿਆ ਇਸ ਦੇ ਦੁਆਰਾ ਹੀ ਕੀਤੀ ਜਾਊਗੀ। ਜਦੋਂ ਕਿਸੇ ਕਾਰਨ ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਪਦਵੀ ਖਾਲੀ ਹੋ ਜਾਵੇ ਤਾਂ ਮੁੱਖ ਜੱਜ ਦਾ ਅਹੁਦਾ ਕੌਣ ਸੰਭਾਲਦਾ ਹੈ ਜੀ? ਤਾਂ ਉਸ ਦੌਰਾਨ ਸੁਪਰੀਮ ਕੋਰਟ ਦਾ ਦੂਸਰਾ ਜਿਹੜਾ ਸੀਨੀਅਰ ਜੱਜ ਹੁੰਦਾ ਹੈ ਉਹ ਇਸ ਅਹੁਦੇ ਨੂੰ ਸੰਭਾਲ ਲੈਂਦਾ ਹੈ। ਜੇਕਰ ਦੂਸਰਾ ਜੱਜ ਵੀ ਨਾ ਹੋਵੇ ਤਾਂ ਫਿਰ ਇਸ ਤੋਂ ਬਾਅਦ ਤੀਸਰਾ ਸੀਨੀਅਰ ਜੱਜ ਜਿਹੜਾ ਹੈ ਉਹ ਇਸ ਅਹੁਦੇ ਨੂੰ ਸੰਭਾਲ ਲੈਂਦਾ ਹੈ। ਨੈਕਸਟ ਹੈ ਜੀ, ਕਿਸ ਐਕਟ ਦੇ ਤਹਿਤ ਕਲਕੱਤੇ ਦੇ ਵਿੱਚ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਵਿਵਸਥਾ ਕੀਤੀ ਗਈ ਸੀ ਜੀ? 1773 ਦਾ ਰੈਗੂਲੇਟਿੰਗ ਐਕਟ ਦਾ ਸੀਗਾ। ਇਸ ਦੌਰਾਨ ਜਿਹੜਾ ਹੈ ਭਾਰਤ ਦੇ ਵਿੱਚ ਸੁਪਰੀਮ ਕੋਰਟ ਦੀ ਵਿਵਸਥਾ ਕੀਤੀ ਗਈ ਸੀ ਕਲਕੱਤੇ ਦੇ ਵਿੱਚ, ਠੀਕ ਹੈ। ਹੁਣ ਇਹ ਵਰਤਮਾਨ ਸਮੇਂ ਜਿਹੜਾ ਹੈ ਹਾਈ ਕੋਰਟ ਹੈ, ਇਸ ਕਰਕੇ ਇਹ ਭਾਰਤ ਦੀ ਸਭ ਤੋਂ ਪੁਰਾਣੀ ਹਾਈ ਕੋਰਟ ਬਣ ਜਾਂਦੀ ਹੈ। ਇਹਨੂੰ 1774 ਦੇ ਵਿੱਚ ਜਿਹੜਾ ਨਾ ਸਟੈਬਲਿਸ਼ ਕੀਤਾ ਗਿਆ ਸੀ। ਕਲਕੱਤੇ ਦੇ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਕੀਤੀ ਗਈ? 1774 ਦੇ ਵਿੱਚ। 1773 ਦਾ ਐਕਟ ਜਿਹੜਾ ਰਿਸਪੌਂਸੀਬਲ ਸੀ ਇਸ ਦੇ ਲਈ 1774 ਦੇ ਵਿੱਚ ਸਟੈਬਲਿਸ਼ ਕੀਤੀ ਹੈ। ਨੈਕਸਟ ਹੈ, ਭਾਰਤੀ ਸੰਵਿਧਾਨ ਦਾ ਆਰਟੀਕਲ 124 ਤੋਂ 147 ਕਿਸ ਨਾਲ ਸੰਬੰਧਿਤ ਹੈ ਜੀ? ਸੁਪਰੀਮ ਕੋਰਟ ਦੀ ਵਿਵਸਥਾ ਦੇ ਨਾਲ। 124 ਤੋਂ ਲੈ ਕੇ 147 ਤੱਕ ਸਾਰਾ ਪਾਰਟ ਜਿਹੜਾ ਹੈ ਇਹ ਸੁਪਰੀਮ ਕੋਰਟ ਦੇ ਕੰਮਾਂ ਨੂੰ ਲੈ ਕੇ ਸਾਰਾ ਕੁਝ ਉਸ ਦੇ ਵਿੱਚ ਹੈ। ਆਜ਼ਾਦ ਭਾਰਤ ਦਾ ਪਹਿਲਾ ਮੁੱਖ ਜੱਜ ਸੀਗਾ ਜੀ HJ ਕਾਨੀਆ। ਆਜ਼ਾਦ ਭਾਰਤ ਦਾ ਪਹਿਲਾ ਮੁੱਖ ਜੱਜ ਸੀਗਾ HJ ਕਾਨੀਆ। HJ ਕਾਨੀਆ ਤੋਂ ਬਾਅਦ ਸੁਪਰੀਮ ਕੋਰਟ ਦਾ ਦੂਸਰਾ ਮੁੱਖ ਜੱਜ ਕੌਣ ਬਣਿਆ ਜੀ? ਇਸ ਤੋਂ ਬਾਅਦ ਪਤੰਜਲੀ ਸ਼ਾਸਤਰੀ ਸੀਗਾ ਜਿਹੜਾ ਉਹ ਦੂਸਰਾ ਮੁੱਖ ਜੱਜ ਬਣਿਆ ਸੀਗਾ। ਓਕੇ ਜੀ, ਸੋ ਅੱਜ ਅਸੀਂ ਸਾਰਾ ਜਿਹੜਾ ਗਵਰਨਮੈਂਟ ਵਾਲਾ ਹੈ ਟੌਪਿਕ ਉਹ ਕੰਪਲੀਟ ਕਰ ਲਿਆ ਹੈ, ਜਿਹਦੇ ਵਿੱਚ ਵਿਧਾਨ ਪਾਲਿਕਾ, ਕਾਰਜਪਾਲਿਕਾ ਸਾਰਾ ਕੁਝ ਇਨਕਲੂਡ ਸੀਗਾ, ਸੰਸਦ ਵੀ ਸੀਗੀ, ਉਹ ਸਾਰੇ ਦੇ ਸਾਰੇ ਕੁਐਸਚਨ ਅਸੀਂ ਡਿਸਕਸ ਕਰ ਲਏ ਨੇ। ਇਹ ਸਾਰਾ ਟੌਪਿਕ ਅੱਜ ਆਪਣਾ ਕੰਪਲੀਟ ਹੋ ਗਿਆ ਹੈ। ਸੋ ਕੱਲ੍ਹ ਆਪਾਂ ਨੈਕਸਟ ਟੌਪਿਕ ਡਿਸਕਸ ਕਰਾਂਗੇ। ਸੋ WhatsApp ਗਰੁੱਪ ਵਿੱਚ ਜੁਆਇਨ ਹੋਣ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।